ਸ਼ੇਰੇ ਨੂੰ ਤਾਰ ਆਈ ਤੇ ਉਹ ਨਾਜਰ ਕੋਲੇ ਆ ਗਿਆ। ਅਗਲੇ ਦਿਨ ਜੀਤਾ ਤੇ ਰਾਜੂ ਆ ਰਹੇ ਸਨ। ਉਸਦਾ ਚਿਹਰਾ ਚਾਅ ਨਾਲ ਭਖਿਆ ਲੱਗਦਾ ਸੀ। ਉਸਦੀ ਖੁਸ਼ੀ ਆਪ ਮੁਹਾਰੀ ਡੁੱਲ ਡੁੱਲ ਪੈ ਰਹੀ ਸੀ। ਦੁਕਾਨ ਬੰਦ ਕਰਕੇ ਉਹ ਫਲੈਟ ਵਿੱਚ ਚਲੇ ਗਏ। ਲੈ ਭਰਜਾਈ, ਤੇਰੀ ਛੋਟੀ ਭੈਣ ਆ ਰਹੀ ਆ ਕੱਲ੍ਹ ਨੂੰ, ਵਧਾਈ ਹੋਵੇ, ਸ਼ੇਰੇ ਨੇ ਬੈਠਦਿਆਂ ਕਿਹਾ। ਸਵਾ ਵਧਾਈਆਂ। ਰਾਜੂ ਵੀ ਆ ਰਿਹਾ ਨਾਲ? ਤੇ ਹੋਰ ਕੀ, ਨਾਜਰ ਨੇ ਬੀਅਰ ਦਾ ਡੱਬਾ ਸ਼ੇਰੇ ਨੂੰ ਫੜਾਇਆ। ਠੀਕ ਆ, ਮੈਂ ਰੋਟੀ ਬਣਾ ਲੂੰ, ਤੁਸੀਂ ਰੋਟੀ ਇੱਥੇ ਹੀ ਖਾ ਕੇ ਜਾਇਓ, ਵਿਚਾਰੀ ਥੱਕੀ ਆਊ। ਪ੍ਰੀਤੋ ਦੇ ਬੋਲਾਂ ਵਿੱਚ ਤਰਸ ਦੀ ਭਾਵਨਾ ਸੀ। ਜੋ ਹੁਕਮ, ਸ਼ੇਰੇ ਨੇ ਕੋਈ ਉਜਰ ਨਾ ਕੀਤਾ। ਅਗਲੇ ਦਿਨ ਨਾਜਰ ਨਾਲ ਗਿਆ ਤੇ ਉਹ ਜੀਤਾ ਤੇ ਰਾਜੂ ਨੂੰ ਲੈ ਕੇ ਪਹਿਲਾਂ ਸ਼ੇਰੇ ਦੇ ਘਰ ਗਏ। ਉੱਥੇ ਉਹਨਾਂ ਨੇ ਸਮਾਨ ਰੱਖਿਆ, ਫਿਰ ਨਾਜਰ ਦੇ ਘਰ ਆ ਗਏ। ਪ੍ਰੀਤੋ ਨੇ ਜੀਤਾ ਨੂੰ ਹਿੱਕ ਨਾਲ ਲਾ ਲਿਆ ਤੇ ਕਿੰਨਾ ਚਿਰ ਘੁੱਟੀ ਰੱਖਿਆ। ਫਿਰ ਉਸਨੇ ਰਾਜੂ ਨੂੰ ਘੁੱਟ ਲਿਆ ਤੇ ਉਸ ਨੂੰ ਚੁੰਮਿਆ। ਇਸ ਮਿਲਣੀ ਵਿੱਚ ਕੁਝ ਅਜਿਹਾ ਸੀ ਕਿ ਜੀਤਾ ਨੂੰ ਪ੍ਰੀਤੋ ਵੱਡੀ ਭੈਣ ਲੱਗੀ। ਇੱਕਦਮ ਉਹਨਾਂ ਵਿੱਚ ਕੋਈ ਭਾਵੁਕ ਜਿਹੀ ਸਾਂਝ ਬਣ ਗਈ ਸੀ। ਰਾਜੂ ਬੱਚਿਆਂ ਕੋਲ ਚਲਾ ਗਿਆ। ਸ਼ੇਰਾ ਰਾਜੂ ਨੂੰ ਉਹਨਾਂ ਦੇ ਸਕੂਲ ਹੀ ਦਾਖਲ ਕਰਾਉਣ ਦੀਆਂ ਗੱਲਾਂ ਕਰਨ ਲੱਗਾ। ਪੈਬ ਕੋਲੋਂ ਰਾਜੂ ਨੂੰ ਕੁਝ ਮਦਦ ਮਿਲ ਸਕਦੀ ਸੀ ਤੇ ਉਹਨਾਂ ਨਾਲ ਉਸਦਾ ਜੀਅ ਵੀ ਲੱਗਿਆ ਰਹਿਣਾ ਸੀ। ਇਸ ਦਾ ਫੈਸਲਾ ਵੀ ਹੋ ਗਿਆ। ਜੀਤਾ ਦਾ ਦਿਲ ਨਹੀਂ ਲੱਗਦਾ। ਉਹ ਤੁਰ ਕੇ ਪ੍ਰੀਤੋ ਕੋਲ ਆ ਜਾਂਦੀ ਤੇ ਦੁਕਾਨ ਤੇ ਖੜਦੀ ਤਾਂ ਅੰਗਰੇਜ਼ੀ ਵਿੱਚ ਗੋਰਿਆਂ ਨਾਲ ਕੁਝ ਗੱਲ ਕਰ ਲੈਂਦੀ। ਜਲਦੀ ਉਸਦੀ ਜੱਗ ਖੁੱਲ੍ਹ ਗਈ ਤੇ ਉਹ ਕੰਮ ਦੀ ਤਲਾਸ਼ ਬਾਰੇ ਸੋਚਣ ਲੱਗੀ। ਘਰ ਬੈਠ ਕੇ ਸਮਾਂ ਪਾਸ ਕਰਨਾ ਔਖਾ ਲੱਗਦਾ। ਉਹਨੇ ਸ਼ੇਰੇ ਨਾਲ ਗੱਲ ਕੀਤੀ ਤਾਂ ਸ਼ੇਰੇ ਨੇ ਮਿੰਟ ਕੁ ਸੋਚਿਆ ਤੇ ਮੈਂ ਆਪਦੇ ਕੰਮ ਤੇ ਪਤਾ ਕਰ ਲੈਣਾ, ਦੋਵੇਂ ਇਕੱਠੇ ਚੱਲਿਆ ਕਰਾਂਗੇ। ਜੀਤਾ ਚੁੱਪ ਕਰ ਗਈ। ਅਗਲੇ ਦਿਨ ਉਸਨੇ ਪ੍ਰੀਤੋ ਤੇ ਨਾਜਰ ਨਾਲ ਰਾਏ ਕੀਤੀ। ਜੀਤਾ, ਮੇਰੀ ਸੁਣੇ ਤਾਂ ਕਿਸੇ ਦਫ਼ਤਰ 'ਚ ਕੰਮ ਲੱਭ, ਪੜ੍ਹਾਈ ਲਿਖਾਈ ਦਾ ਫਾਇਦਾ ਤਾਂ ਹੋਵੇ। ਮੈਂ ਮਾਸਟਰ ਨੂੰ ਪੁੱਛੂੰ, ਉਹਨੂੰ ਵਾਹਵਾ ਜਾਣਕਾਰੀ ਹੈ। ਨਾਜਰ ਦੀ ਰਾਏ ਨਾਲ ਜੀਤਾ ਸਹਿਮਤ ਸੀ। ਕੁਝ ਦਿਨਾਂ ਬਾਅਦ ਉਸਨੂੰ ਸੋਸ਼ਲ ਸਿਕਿਉਰਿਟੀ ਦੇ ਦਫ਼ਤਰ ਵਿੱਚ ਕੰਮ ਮਿਲ ਗਿਆ। ਕੰਮ ਨਾਲ ਖੁਸ਼ ਸੀ। 9 ਤੋਂ 5 ਵਜੇ ਤੱਕ ਦਾ ਕੰਮ ਸੀ ਤੇ ਬਣ ਠਣ ਕੇ ਉਹ ਦਫ਼ਤਰ ਜਾਂਦੀ। ਉਸਦੇ ਸਵੈ ਵਿਸ਼ਵਾਸ ਨੂੰ ਹਲਾਰਾ ਮਿਲ ਗਿਆ ਸੀ। ਬੌਬ ਰੰਧਾਵੇ ਦੀ ਇੱਕ ਈਮੇਲ ਗੈਰੀ ਨੂੰ ਕੀਤੀ ਹੋਈ ਮਿਲੀ ਹੈ, ਜਿਸ ਵਿੱਚ ਉਸਨੇ ਮਿਲਣ ਬਾਰੇ ਕਿਹਾ ਸੀ। ਐਨ ਨੇ ਰਿਚਰਡ ਨੂੰ ਦੱਸਿਆ। ਦੋਵੇਂ ਬਿਜ਼ਨਸਮੈਨ ਹੋਣ ਕਰਕੇ ਮਿਲ ਲੈਂਦੇ ਹੋਣੇ, ਇਹ ਤਾਂ ਕੋਈ ਖਾਸ ਗੱਲ ਨਹੀਂ। ਰਿਚਰਡ, ਮੇਰੇ ਖਿਆਲ 'ਚ ਬੌਬ ਰੰਧਾਵੇ ਨੂੰ ਇੰਟਰਵਿਊ ਕਰਨਾ ਚਾਹੀਦਾ, ਸ਼ਾਇਦ ਕੋਈ ਸੁਰਾਗ ਮਿਲ ਜਾਵੇ। ਤੂੰ ਉਹਨੂੰ ਮਿਲ ਲੈ, ਜੇ ਕੋਈ ਲੋੜ ਹੋਈ ਤਾਂ ਆਪਾਂ ਇੱਕ ਮੀਟਿੰਗ ਹੋਰ ਕਰ ਸਕਦੇ ਹਾਂ। ਨਹੀਂ, ਮੇਰਾ ਖਿਆਲ ਹੈ ਆਪਾਂ ਨੂੰ ਦੋਵਾਂ ਨੂੰ ਜਾਣਾ ਚਾਹੀਦਾ। ਆਪਾਂ ਇੱਕ ਹੋਰ ਵੀ ਕੰਮ ਕਰਾਂਗੇ। ਐਨ ਦੀਆਂ ਅੱਖਾਂ ਅਚਾਨਕ ਚਮਕੀਆਂ। ਐਨ ਨੇ ਬੌਬ ਨੂੰ ਫੋਨ ਕੀਤਾ। ਮਿਸਟਰ ਰੰਧਾਵਾ, ਮੈਂ ਡਿਟੈਕਟਿਵ ਐਨ ਬੋਲ ਰਹੀ ਹਾਂ। ਤੁਹਾਡੇ ਨਾਲ ਗੈਰੀ ਦੇ ਕਤਲ ਸੰਬੰਧੀ ਕੁਝ ਗੱਲ ਕਰਨੀ ਹੈ। ਗੈਰੀ ਨੇ ਮਿੰਟ ਭਰ ਲਈ। ਅੱਗਿਓਂ ਮਿੰਟ ਲਈ ਕੋਈ ਜਵਾਬ ਨਾ ਆਇਆ। ਐਨ ਰਿਚਰਡ ਦੇ ਵੱਲ ਵੇਖਣ ਲੱਗੀ। ਦੱਸੋ, ਕਦੋਂ ਮਿਲਣਾ ਚਾਹੁੰਦੇ ਹੋ? ਕੱਲ੍ਹ 2 ਵਜੇ ਲੰਚ ਬਾਅਦ, ਜੇ ਤੁਹਾਨੂੰ ਵੇਲ ਹੈ। ਠੀਕ ਹੈ, ਪਰ ਕਿੱਥੇ? ਤੁਹਾਡੇ ਦਫ਼ਤਰ ਵਿੱਚ ਆ ਜਾਵਾਂਗੇ। ਬਹੁਤੀ ਦੇਰ ਤਾਂ ਨਹੀਂ ਲੱਗਣੀ, ਵੈਸੇ ਵੀ ਅਸੀਂ ਸਿਵਲ ਡਰੈਸ 'ਚ ਹੋਵਾਂਗੇ। ਉਸਨੇ ਹਾਂ ਕਰ ਦਿੱਤੀ। ਉਹ ਬੌਬ ਦੇ ਦਫ਼ਤਰ ਪਹੁੰਚੇ ਤੇ ਉਹਨਾਂ ਨੂੰ ਅੰਦਰ ਬਿਠਾ ਕੇ ਦਰਵਾਜ਼ਾ ਬੰਦ ਕਰ ਦਿੱਤਾ। ਐਨ ਉਸਨੂੰ ਬਹੁਤ ਧਿਆਨ ਨਾਲ ਵੇਖ ਰਹੀ ਸੀ। ਉਸਨੂੰ ਪੁਲਿਸ ਦੀ ਟ੍ਰੇਨਿੰਗ ਵਿੱਚ ਸਿਖਾਇਆ ਗਿਆ ਸੀ ਕਿ ਸ਼ਬਦਾਂ ਦੇ ਨਾਲ ਹੀ ਬੰਦੇ ਦੇ ਹਾਵ ਭਾਵ ਪੜ੍ਹਨੇ ਬਹੁਤ ਜ਼ਰੂਰੀ ਹੁੰਦੇ ਨੇ। ਬੌਬ ਉਹਨਾਂ ਤੋਂ ਅੱਖ ਚੁਰਾ ਰਿਹਾ ਲੱਗਦਾ ਸੀ। ਐਨ ਹੋਰ ਵੀ ਸਤਰਕ ਹੋ ਗਈ ਤੇ ਰਿਚਰਡ ਵੱਲ ਭਾਵਨਾਪੂਰਕ ਨਜ਼ਰਾਂ ਨਾਲ ਵੇਖਿਆ। ਕੁਝ ਦੇਰ ਸਧਾਰਨ ਗੱਲਾਂ ਕਰਨ ਬਾਅਦ ਰਿਚਰਡ ਨੇ ਪੁੱਛਿਆ, ਤੁਹਾਡੀ ਗੈਰੀ ਨਾਲ ਕਿੰਨੀ ਕੁ ਜਾਣ ਪਛਾਣ ਸੀ? ਮੇਰਾ ਨਹੀਂ ਖਿਆਲ ਮੈਂ ਉਹਨੂੰ ਕਦੇ ਮਿਲਿਆ ਹੋਣਾ। ਸ਼ਾਇਦ ਕਦੇ ਕਿਸੇ ਪਾਰਟੀ 'ਚ ਹੈਲੋ ਹੋਈ ਹੋਵੇ, ਮੇਰੇ ਯਾਦ ਨਹੀਂ। ਤੁਸੀਂ ਇੱਕ ਪ੍ਰਾਪਰਟੀ ਵਿੱਚ ਦਿਲਚਸਪੀ ਲੈ ਰਹੇ ਸੀ ਤਾਂ ਉਹ ਪ੍ਰਾਪਰਟੀ ਗੈਰੀ ਨੇ ਖਰੀਦ ਲਈ। ਉਸ ਦਿਨ ਬੋਲੀ ਤੇ ਤੁਸੀਂ ਉਸਨੂੰ ਵਧਾਈ ਦਿੱਤੀ ਹੋਣੀ। ਐਨ ਦੀਆਂ ਅੱਖਾਂ ਪਲ ਵੀ ਉਸਦੇ ਮੂੰਹ ਤੋਂ ਆਸੇ-ਪਾਸੇ ਨਹੀਂ ਸਨ ਹੋਈਆਂ। ਹੋ ਸਕਦਾ, ਪਰ ਮੇਰੇ ਯਾਦ ਨਹੀਂ। ਤੁਸੀਂ ਉਸ ਨਾਲ ਕਦੇ ਟੈਲੀਫੋਨ ਜਾਂ ਈਮੇਲ 'ਤੇ ਗੱਲ ਕੀਤੀ ਹੋਵੇ? ਕਦੇ ਲੋੜ ਹੀ ਨਹੀਂ ਪਈ। ਠੀਕ ਹੈ ਮਿਸਟਰ ਰੰਧਾਵਾ, ਮਿਹਰਬਾਨੀ ਤੁਹਾਡੇ ਕੀਮਤੀ ਸਮੇਂ ਦੀ। ਕੁਝ ਕੁ ਅਜਿਹੇ ਸਵਾਲ ਪੁੱਛ ਕੇ ਉਹ ਹੱਥ ਮਿਲਾ ਕੇ ਬਾਹਰ ਗੱਡੀ ਵਿੱਚ ਆ ਬੈਠੇ। ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ। ਰਿਚਰਡ, ਮੈਨੂੰ ਲੱਗਦਾ ਬੌਬ ਝੂਠ ਬੋਲਦਾ। ਈਮੇਲ ਤਾਂ ਉਹਨੇ ਕੀਤੀ ਹੈ, ਮੇਰੇ ਕੋਲ ਸਬੂਤ ਹੈਗਾ। ਉਹ ਬੇਰਾਮ ਜਿਹਾ ਲੱਗਦਾ ਸੀ, ਭਾਵੇਂ ਉਸਨੇ ਬੇਰਾਮੀ ਨੂੰ ਲੁਕਾਉਣ ਦਾ ਯਤਨ ਕੀਤਾ। ਮੈਂ ਉਸਦੇ ਮੇਜ਼ ਹੇਠਾਂ ਇੱਕ ਛੋਟਾ ਜਿਹਾ ਮਾਈਕਰੋਫੋਨ ਫਿੱਟ ਕਰ ਦਿੱਤਾ, ਸ਼ਾਇਦ ਕਦੇ ਕੋਈ ਕੰਮ ਦੀ ਗੱਲ ਸੁਣ ਜੇ। ਰਿਚਰਡ ਉਸ ਵੱਲ ਹੈਰਾਨੀ ਨਾਲ ਵੇਖਿਆ ਤੇ ਮੁਸਕਰਾਇਆ। ਆਪਾਂ ਇਸ ਤੇ ਅੱਖ ਰੱਖੀਏ। ਮੈਨੂੰ ਲੱਗਦਾ ਇਹ ਸਿੱਧਾ ਸਾਦਾ ਬੰਦਾ ਨਹੀਂ। ਰਿਚਰਡ, ਜਿਹੜਾ ਬੰਦਾ ਫਰਾਡ ਵਿੱਚ ਕੈਦ ਕੱਟ ਚੁੱਕਿਆ ਹੋਵੇ, ਉਸ ਤੋਂ ਬਹੁਤੀ ਭਲੇ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਉਹ ਹੋਰ ਵੀ ਖਚਰਾ ਤੇ ਫਰੇਬੀ ਬਣ ਗਿਆ ਹੋ ਸਕਦਾ। ਉਹ ਅਜੇ ਥੋੜ੍ਹੀ ਦੂਰ ਹੀ ਗਏ ਸਨ। ਐਨ ਦੇ ਟੈਲੀਫੋਨ ਤੇ ਸੰਕੇਤ ਆਇਆ। ਉਸਨੇ ਸਕਰੀਨ ਵੇਖੀ। ਬੌਬ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਤੇ ਐਨ ਦੇ ਫੋਨ ਨਾਲ ਮਾਈਕਰੋਫੋਨ ਜੁੜਿਆ ਹੋਇਆ ਸੀ। ਉਸਦੀ ਗੱਲਬਾਤ ਦਾ ਸਾਰਾਂਸ਼ ਇਹ ਸਮਝ ਆਇਆ ਕਿ ਉਹ ਅਗਲੇ ਦਿਨ ਲੰਡਨ ਜਾ ਰਿਹਾ ਸੀ। ਜਿਸ ਬੰਦੇ ਨਾਲ ਉਹ ਗੱਲ ਕਰ ਰਿਹਾ ਸੀ, ਉਸਦੇ ਅੰਗਰੇਜ਼ੀ ਬੋਲਣ ਦੇ ਲਹਿਜੇ ਤੋਂ ਉਹ ਯੂਰਪੀਅਨ ਲੱਗਦਾ ਸੀ। ਰਿਚਰਡ ਨੇ ਐਨ ਨੂੰ ਸਟੇਸ਼ਨ ਤੇ ਲਾ ਦਿੱਤਾ ਤੇ ਆਪ ਉਹ ਸਟੇਸ਼ਨ ਦੇ ਕਾਰ ਪਾਰਕ ਵਿੱਚ ਕਾਰ ਖੜੀ ਕਰਨ ਚਲਿਆ ਗਿਆ। ਐਨ ਨੇ ਵਾਲ ਖੁੱਲ੍ਹੇ ਛੱਡੇ ਸਨ, ਜਿਨ੍ਹਾਂ ਨਾਲ ਉਸਦਾ ਅੱਧਾ ਚਿਹਰਾ ਢਕਿਆ ਗਿਆ।
ਐਨਕਾਂ ਲਾਈਆਂ ਹੋਈਆਂ ਸਨ। ਉਸਦੇ ਸਸਤੇ ਕੱਪੜੇ ਕਿਸੇ ਗਰੀਬ ਜਿਹੀ ਔਰਤ ਵਾਲੇ ਸਨ। ਉਸਦੀ ਪਹਿਚਾਣ ਕਰਨੀ ਔਖੀ ਸੀ। ਉਹ ਸਟੇਸ਼ਨ 'ਤੇ ਪਹੁੰਚ ਗਈ ਤੇ ਬੌਬ ਨੂੰ ਉਡੀਕਣ ਲੱਗੀ। ਬੌਬ ਨੂੰ 10 ਕੁ ਵਜੇ ਸਟੇਸ਼ਨ 'ਤੇ ਆਉਣਾ ਚਾਹੀਦਾ ਸੀ। ਟੈਲੀਫੋਨ ਵਿਚਲੀ ਗੱਲਬਾਤ ਤੋਂ ਤਾਂ ਇਹੋ ਅੰਦਾਜ਼ਾ ਲੱਗਦਾ ਸੀ। 10:15 ਵੱਜ ਗਏ, ਪਰ ਅਜੇ ਉਹ ਆਇਆ ਨਹੀਂ ਸੀ। ਕਿਤੇ ਉਸਦਾ ਪ੍ਰੋਗਰਾਮ ਨਾ ਬਦਲ ਗਿਆ ਹੋਵੇ। ਰਿਚਰਡ ਨੇ ਬੌਬ ਦੇ ਸਟੇਸ਼ਨ 'ਤੇ ਪਹੁੰਚਣ ਬਾਅਦ ਹੀ ਸਟੇਸ਼ਨ ਆਉਣਾ ਸੀ। ਉਹ ਸਟੇਸ਼ਨ ਦੇ ਸਾਹਮਣੇ ਬਣੇ ਹੋਟਲ ਦੀ ਰਿਸੈਪਸ਼ਨ 'ਤੇ ਖੜ੍ਹਾ ਉਸਦੀ ਉਡੀਕ ਕਰ ਰਿਹਾ ਸੀ। 10:30 ਵਜੇ ਬੌਬ ਆਇਆ ਤੇ ਆਪਣਾ ਕ੍ਰੈਡਿਟ ਕਾਰਡ ਵਰਤ ਕੇ ਪਲੇਟਫਾਰਮ 'ਤੇ ਜਾਣ ਲਈ ਗੇਟ ਖੋਲ੍ਹਿਆ ਤੇ 3 ਨੰਬਰ ਪਲੇਟਫਾਰਮ 'ਤੇ ਚਲਾ ਗਿਆ। ਐਨ ਨੇ ਨਾਲ ਹੀ ਰਿਚਰਡ ਨੂੰ ਸੰਦੇਸ਼ ਪਾ ਦਿੱਤਾ। ਲੰਡਨ ਨੂੰ ਜਾਣ ਵਾਲੀਆਂ ਕਾਫੀ ਸਵਾਰੀਆਂ ਖੜੀਆਂ ਸਨ। ਭਾਵੇਂ ਜ਼ਿਆਦਾ ਭੀੜ ਵਾਲਾ ਸਮਾਂ ਲੰਘ ਗਿਆ ਸੀ, ਐਨ ਕੁਝ ਲੋਕਾਂ ਦੇ ਵਿਚਕਾਰ ਲੁਕਵੀਂ ਜਿਹੀ ਖੜ ਗਈ। ਬੌਬ ਆ ਕੇ ਗੱਡੀ ਦੀ ਉਡੀਕ ਕਰਨ ਲੱਗਾ। ਉਸਦਾ ਫੋਨ ਖੜਕਿਆ ਤੇ ਐਨ ਨੂੰ ਉਸਦੀ ਆਵਾਜ਼ ਸੁਣੀ। ਮੈਂ ਗੱਡੀ ਚੜ੍ਹਨ ਲੱਗਿਆ। 2 ਮਿੰਟ ਬਾਅਦ ਗੱਡੀ ਆ ਗਈ। ਐਨੇ ਨੂੰ ਰਿਚਰਡ ਵੀ ਪਹੁੰਚ ਗਿਆ। ਉਹ 3 ਦੀ ਥਾਂ 4 ਨੰਬਰ ਪਲੇਟਫਾਰਮ 'ਤੇ ਗੱਡੀ ਦੀ ਉਡੀਕ ਕਰਨ ਲੱਗਾ। ਇਹਨਾਂ ਦੋਵਾਂ ਪਲੇਟਫਾਰਮਾਂ ਵਿੱਚ ਵੇਟਿੰਗ ਰੂਮ ਹੀ ਸਨ। ਜਦੋਂ ਗੱਡੀ ਆਈ ਤਾਂ ਰਿਚਰਡ ਦੌੜ ਕੇ ਲੰਡਨ ਵਾਲੀ ਗੱਡੀ ਦੇ ਪਿਛਲੇ ਡੱਬੇ ਵਿੱਚ ਚੜ੍ਹ ਗਿਆ। ਉਸਨੇ ਐਨ ਨੂੰ ਆਪਣੀ ਗੱਡੀ ਵਿੱਚ ਚੜ੍ਹਨ ਦਾ ਸੁਨੇਹਾ ਪਾ ਦਿੱਤਾ। ਬੌਬ ਵਾਲੇ ਡੱਬੇ ਦੇ ਪਿਛਲੇ ਡੱਬੇ ਵਿੱਚ ਐਨ ਵੀ ਚੜ੍ਹ ਗਈ। ਤੇਜ਼ ਰਫ਼ਤਾਰ ਗੱਡੀ 2 ਸਟੇਸ਼ਨਾਂ 'ਤੇ ਰੁਕੀ। 20 ਮਿੰਟਾਂ ਵਿੱਚ ਪੈਡਿੰਗਟਨ ਪਹੁੰਚ ਗਈ। ਜਦੋਂ ਪੈਡਿੰਗਟਨ ਉਤਰਿਆ ਤਾਂ ਐਨ ਵੀ ਉਸ ਤੋਂ ਵਿੱਥ ਰੱਖ ਕੇ ਭੀੜ ਵਿੱਚ ਹੀ ਮਿਲੀ। ਭੀੜ ਵਿੱਚ ਰਲੀ ਮਿਲੀ ਉਸਦੇ ਪਿੱਛੇ ਉਤਰ ਗਈ। ਰਿਚਰਡ ਨੂੰ ਉਸਨੇ ਉਤਰਨ ਦਾ ਸੁਨੇਹਾ ਭੇਜ ਦਿੱਤਾ। ਰਿਚਰਡ ਨੇ ਤਾਂ ਉਹਨਾਂ ਤੋਂ 150-200 ਕਦਮ ਪਿੱਛੇ ਰਹਿਣਾ ਸੀ ਤੇ ਲੋੜ ਅਨੁਸਾਰ ਹੀ ਐਨ ਨੇ ਉਸਨੂੰ ਬੁਲਾਉਣਾ ਸੀ। ਬਸ 3 ਮੋੜ ਮੁੜ ਕੇ ਯਾਰਕ ਸਟਰੀਟ 'ਤੇ ਪਹੁੰਚ ਗਿਆ। 6 ਦੁਕਾਨਾਂ ਦੀ ਇਸ ਪਰੇਡ ਵਿਚਕਾਰ ਪੌੜੀਆਂ ਸਨ ਜੋ ਦੁਕਾਨ ਉੱਪਰ ਬਣੇ ਫਲੈਟਾਂ ਨੂੰ ਜਾਂਦੀਆਂ ਸੀ। ਉਹ ਪੌੜੀਆਂ ਚੜ੍ਹ ਗਿਆ। ਐਨ ਸਾਹਮਣੇ ਬਣੇ ਕੌਫੀ ਘਰ ਵਿੱਚ ਬੈਠ ਗਈ ਅਤੇ ਕੌਫੀ ਦਾ ਤੇ ਲਾਤੇ ਦਾ ਆਨੰਦ ਲੈਣ ਲੱਗੀ। ਦਿਖਾਵੇ ਲਈ ਉਹ ਆਪਣੇ ਟੈਲੀਫੋਨ ਨਾਲ ਰੁੱਝੀ ਸੀ, ਪਰ ਉਸਦੀ ਨਜ਼ਰ ਉਸ ਫਲੈਟ ਦੇ ਦਰਵਾਜ਼ੇ 'ਤੇ ਲੱਗੀ ਸੀ ਜਿਸ ਵਿੱਚ ਬੌਬ ਗਿਆ ਸੀ। ਅੱਧੇ ਕੁ ਘੰਟੇ ਬਾਅਦ ਉਹ ਬਾਹਰ ਆਇਆ ਤੇ ਨਾਲ ਇੱਕ ਕਤਰੀ ਦਾੜ੍ਹੀ ਵਾਲਾ 30-35 ਸਾਲ ਦਾ ਬੰਦਾ ਸੀ ਜੋ ਉਸ ਨਾਲ ਬਾਹਰ ਖੜ ਕੇ ਕੁਝ ਮਿੰਟ ਗੱਲਾਂ ਕਰਦਾ ਰਿਹਾ। ਫਿਰ ਬੌਬ ਵਾਪਸ ਆ ਗਿਆ। ਐਨ ਨੇ ਰਿਚਰਡ ਨੂੰ ਮੈਸੇਜ ਪਾ ਦਿੱਤਾ ਜਿਸ ਨੇ ਬੌਬ ਨੂੰ ਵੇਖਣਾ ਸੀ ਕਿ ਉਹ ਵਾਪਸ ਜਾ ਰਿਹਾ ਜਾਂ ਲੰਡਨ ਵਿੱਚ ਹੀ ਜਾਂ ਕਿਸੇ ਹੋਰ ਪਾਸੇ ਨੂੰ। ਰਿਚਰਡ ਨੇ ਤਸੱਲੀ ਕਰ ਲਈ ਕਿ ਉਹ ਘਰ ਜਾ ਰਿਹਾ ਸੀ ਤੇ ਉਹ ਵਾਪਸ ਐਨ ਕੋਲ ਆ ਗਿਆ। ਉਹ ਦੋਵੇਂ ਕੌਫੀ ਪੀਣ ਲੱਗੇ। ਉਹ ਜਾਣ ਲਈ ਬਾਹਰ ਨਿਕਲੇ। ਰਿਚਰਡ ਨੇ ਐਨ ਨੂੰ ਪੁੱਛਿਆ, ਆਪਾਂ ਫਲੈਟ ਵਾਲੇ ਬੰਦੇ ਨਾਲ ਗੱਲ ਨਾ ਕਰੀਏ? ਪਰ ਆਪਣੇ ਕੋਲੇ ਗੱਲ ਕਰਨ ਦਾ ਬਹਾਨਾ ਕੀ ਹੈ? ਉਹ ਅਜੇ ਸੋਚ ਹੀ ਰਹੇ ਸਨ ਕਿ ਇੱਕ ਕਾਰ ਆ ਕੇ ਉਹਨਾਂ ਦੇ ਸਾਹਮਣੇ ਰੁਕੀ। ਡਰਾਈਵਰ ਕਾਰ ਵਿੱਚ ਹੀ ਬੈਠਾ ਰਿਹਾ ਤੇ ਉਹਨੇ ਫੋਨ ਕੀਤਾ। 2 ਮਿੰਟ ਬਾਅਦ ਹੀ ਫਲੈਟ ਦਾ ਬੂਹਾ ਖੁੱਲ੍ਹਿਆ ਤੇ ਇੱਕ ਕੁੜੀ ਬਾਹਰ ਆਈ। ਪੌੜੀਆਂ ਉਤਰ ਕੇ ਉਹ ਕਾਰ ਵਿੱਚ ਆ ਬੈਠੀ ਤੇ ਕਾਰ ਚਲੀ ਗਈ। ਐਨ ਤੇ ਰਿਚਰਡ ਇੱਕ ਦੂਜੇ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖ ਰਹੇ ਸਨ। ਕੁਝ ਦੇਰ ਉਹ ਅੰਦਾਜ਼ਾ ਲਾਉਂਦੇ ਰਹੇ ਕਿ ਕੁੜੀ ਦੀ ਨਰਮ ਉਮਰ ਤੇ ਅਧਖੜ ਆਦਮੀ ਦੇ ਰਿਸ਼ਤੇ ਬਾਰੇ ਗੱਲਾਂ ਕਰਦੇ ਰਹੇ। ਇਹ ਸਭ ਕੁਝ ਠੀਕ ਨਹੀਂ ਸੀ ਲੱਗਦਾ। ਕੁੜੀ ਦਾ ਚਿਹਰਾ ਉਹਨਾਂ ਨੇ ਵੇਖਿਆ ਸੀ ਤਾਂ ਉਸਦੇ ਚਿੰਤਾ ਦੇ ਨਿਸ਼ਾਨ ਸਪਸ਼ਟ ਸਨ। ਉਹ ਸੋਚ ਰਹੇ ਸਨ ਕੁਝ ਦੇਰ ਉਡੀਕ ਕੀਤੀ ਜਾਵੇ, ਸ਼ਾਇਦ ਕੁੜੀ ਵਾਪਸ ਆ ਜਾਵੇ ਤਾਂ ਉਹਦੇ ਨਾਲ ਗੱਲ ਹੋ ਸਕੇ। ਕੁਝ ਦੇਰ ਬਾਅਦ ਫਲੈਟ ਵਾਲਾ ਆਦਮੀ ਪੌੜੀਆਂ ਉਤਰ ਰਿਹਾ ਸੀ। ਉਹ ਉਸਦੇ ਪਿੱਛੇ ਤੁਰ ਪਏ। ਉਹ ਮੇਨ ਸੜਕ 'ਤੇ ਪਹੁੰਚਿਆ ਤੇ ਖੱਬੇ ਮੁੜ ਗਿਆ। ਇਸ ਸੜਕ 'ਤੇ ਕਾਫੀ ਦੁਕਾਨਾਂ ਸਨ ਤੇ ਪੱਬ ਤੇ ਰੈਸਟੋਰੈਂਟਾਂ ਦੀ ਭਰਮਾਰ ਸੀ। ਉਹ ਉਸਦੇ ਪਿੱਛੇ ਤੁਰੇ ਗਏ। ਅੱਗੇ ਉਹ ਕਲੱਬ ਵਿੱਚ ਚਲਿਆ ਗਿਆ ਜਿਸ ਦਾ ਨਾਮ ਉਹਨਾਂ ਨੇ ਨੋਟ ਕਰ ਲਿਆ, ਯੰਗ ਨਾਈਟ। ਉਹ ਘੰਟਾ ਭਰ ਸੜਕ ਦੇ ਦੂਜੇ ਪਾਸੇ ਕਲੱਬ ਦੇ ਸਾਹਮਣੇ ਇੱਕ ਰੈਸਟੋਰੈਂਟ ਵਿੱਚ ਬੈਠੇ ਰਹੇ, ਪਰ ਉਹ ਆਦਮੀ ਬਾਹਰ ਨਾ ਆਇਆ। ਉਸ ਸਮੇਂ ਤੱਕ ਕਲੱਬ ਤਕਰੀਬਨ ਖਾਲੀ ਹੀ ਹੋਵੇਗਾ, ਇਸ ਲਈ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ ਸੀ। ਸੋ ਵਾਪਸ ਘਰ ਨੂੰ ਚੱਲ ਪਏ। ਸਕਾਟ ਨਾਲ ਸਾਰੀ ਗੱਲ ਦਾ ਵਿਚਾਰ ਕਰਨਾ ਜ਼ਰੂਰੀ ਸੀ। ਸਕਾਟ ਤੀਜੀ ਵਾਰੀ ਰਿਸੈਪਸ਼ਨਿਸਟ ਨੂੰ ਮਿਲ ਰਿਹਾ ਸੀ। ਉਹ ਹੁਣ ਕੁਝ ਖੁੱਲ੍ਹ ਗਏ ਸਨ। ਸਕਾਟ ਨੂੰ ਉਹ ਚੰਗੀ ਲੱਗਣ ਲੱਗੀ ਸੀ। ਉਸ ਨੂੰ ਲੱਗਦਾ ਸੀ ਉਹ ਵੀ ਉਸ ਨੂੰ ਪਸੰਦ ਕਰਦੀ ਸੀ। ਸਕਾਟ ਨੇ ਉਸ ਨੂੰ ਆਪਣੇ ਪਰਿਵਾਰ ਬਾਰੇ ਕੁਝ ਨਹੀਂ ਸੀ ਦੱਸਿਆ, ਨਾ ਹੀ ਉਸ ਤੋਂ ਕੁਝ ਪੁੱਛਿਆ ਸੀ, ਪਰ ਉਸ ਨਾਲ ਨੇੜਤਾ ਉਸ ਨੂੰ ਪਸੰਦ ਸੀ। ਉਹਨਾਂ ਨੇ ਕੌਫੀ ਖਤਮ ਕੀਤੀ। ਹੁਣ ਤੱਕ ਸਕਾਟ ਨੂੰ ਉਸ ਕੋਲੋਂ ਕੋਈ ਖਾਸ ਜਾਣਕਾਰੀ ਨਹੀਂ ਸੀ ਮਿਲੀ। ਉਸ ਨੂੰ ਯਕੀਨ ਸੀ ਕਿ ਉਸ ਕੋਲ ਕੋਈ ਜਾਣਕਾਰੀ ਹੈ ਹੀ ਨਹੀਂ ਸੀ। ਮੇਰੇ ਨਾਲ ਸਟੋਰ ਚੱਲ, ਮੈਂ ਕੋਈ ਸ਼ਾਪਿੰਗ ਕਰਨੀ ਆ। ਉਸਨੇ ਕੁਝ ਅਜਿਹੇ ਨਖਰੇ ਨਾਲ ਕਿਹਾ ਕਿ ਸਕਾਟ ਨਾ ਕਰ ਸਕਿਆ। ਉਸਨੇ ਸ਼ਾਪਿੰਗ ਵਾਲੀ ਟੋਕਰੀ ਫੜੀ ਤੇ ਸਟੋਰ ਵਿੱਚ ਤੁਰਦਾ ਰਿਹਾ। ਉਹ ਚੀਜ਼ਾਂ ਚੁੱਕਦੀ ਤੇ ਟੋਕਰੀ 'ਚ ਰੱਖ ਦਿੰਦੀ। ਸਕਾਟ ਉਸ ਨਾਲ ਇੰਜ ਚੱਲ ਰਿਹਾ ਸੀ ਜਿਵੇਂ ਉਸਦਾ ਪਾਰਟਨਰ ਹੋਵੇ। ਪੈਸੇ ਦੇ ਕੇ ਉਹ ਕਾਰ ਪਾਰਕ ਵਿੱਚ ਆ ਗਏ ਤੇ ਸਕਾਟ ਨੇ ਬੈਗ ਉਸਦੀ ਕਾਰ ਵਿੱਚ ਰੱਖ ਦਿੱਤਾ। ਉਸ ਤੋਂ ਛੁੱਟੀ ਲੈ ਕੇ ਆਪਣੀ ਕਾਰ ਵਿੱਚ ਆ ਬੈਠਾ। ਉਸਦਾ ਦਿਲ ਕਰਦਾ ਸੀ ਉਸਨੂੰ ਖਾਣੇ ਲਈ ਬਾਹਰ ਜਾਣ ਦਾ ਸੱਦਾ ਦੇਵੇ, ਪਰ ਉਸਦੇ ਸਾਹਮਣੇ ਮੈਗੀ ਦਾ ਪਿਆਰਾ ਚਿਹਰਾ ਆਇਆ, ਬੱਚਿਆਂ ਦਾ ਪਿਆਰ ਤੇ ਉਹਨਾਂ ਦਾ ਭਵਿੱਖ। ਸਕਾਟ ਨੂੰ ਲੱਗਿਆ ਉਹ ਗਲਤੀ ਕਰ ਰਿਹਾ। ਉਸ ਨੂੰ ਆਪਣਾ ਆਪ ਅਪਰਾਧੀ ਲੱਗਿਆ ਤੇ ਉਸਨੇ ਫੈਸਲਾ ਕੀਤਾ ਕਿ ਉਹ ਮੁੜ ਕੇ ਉਸ ਨੂੰ ਕਦੇ ਨਹੀਂ ਮਿਲੇਗਾ। ਸੋਚਦਾ ਉਹ ਘਰੇ ਪਹੁੰਚ ਗਿਆ। ਮੈਗੀ ਨੇ ਸਦਾ ਵਾਂਗ ਉਸ ਨੂੰ ਚੁੰਮਿਆ। ਉਸਨੇ ਵੀ ਉਸਦੇ ਮੱਥੇ 'ਤੇ ਚੁੰਮਣ ਦਿੱਤਾ। ਬੱਚਿਆਂ ਨੇ ਉਸ ਨੂੰ ਜੱਫੀ ਪਾ ਕੇ ਜੀ ਆਇਆਂ ਨੂੰ ਕਿਹਾ। ਨਿੱਕੀਆਂ ਗੱਲਾਂ ਕਰਦੇ ਉਹ ਲਿਵਿੰਗ ਰੂਮ ਵਿੱਚ ਬੈਠੇ ਰਹੇ। ਕੁਝ ਦੇਰ ਬਾਅਦ ਬੱਚੇ ਆਪਣੇ ਕਮਰਿਆਂ ਵਿੱਚ ਚਲੇ ਗਏ।
ਮੈਗੀ ਡਾਰਲਿੰਗ, ਅੱਜ ਆਪਾਂ ਰੋਮਾਂਟਿਕ ਭੋਜਨ ਲਈ ਬਾਹਰ ਚੱਲਦੇ ਹਾਂ। ਜ਼ਰੂਰ, ਪਰ ਕੀ ਗੱਲ ਅੱਜ ਬੜਾ ਰੋਮਾਂਟਿਕ ਮੂਡ ਲੱਗਦਾ। ਉਸਨੇ ਅੱਖਾਂ ਮਟਕਾਈਆਂ। ਵੈਸੇ ਹੀ, ਜਾਂ ਸ਼ਾਇਦ ਤੂੰ ਹੀ ਅੱਜ ਬਹੁਤ ਸੋਹਣੀ ਲੱਗਦੀ ਹੈ। ਥੈਂਕ ਯੂ। ਮੈਂ ਬੱਚਿਆਂ ਲਈ ਖਾਣਾ ਤਿਆਰ ਕਰ ਦੇਵਾਂ, ਪਰ ਜਾਣਾ ਕਿੱਥੇ ਹੈ? ਤੂੰ ਦੱਸ, ਚਾਈਨੀਜ਼, ਇੰਡੀਅਨ, ਕੈਰਬੀਅਨ ਜਾਂ ਥਾਈ? ਮੈਗੀ ਸੋਚਣ ਲੱਗੀ। ਥਾਈ ਚੱਲਦੇ ਹਾਂ, ਮੈਡਨ ਹੈਡ। ਠੀਕ ਆ, ਤੂੰ ਡਰਿੰਕ ਲੈ ਲਵੀਂ ਤੇ ਮੈਂ ਤੇਰਾ ਡਰਾਈਵਰ। ਉਹ ਮੁਸਕਰਾਈ ਤੇ ਆਪਣੇ ਕੰਮ ਲੱਗ ਗਈ। ਕੁਝ ਦੇਰ ਬਾਅਦ ਉਹਨਾਂ ਨੇ ਭੋਜਨ ਤਿਆਰ ਕਰਕੇ ਓਵਨ ਵਿੱਚ ਰੱਖ ਦਿੱਤਾ ਤੇ 2 ਗਲਾਸ ਤੇ ਵਾਈਨ ਦੀ ਬੋਤਲ ਲੈ ਆਈ। ਮੈਂ ਟੈਕਸੀ ਨੂੰ ਫੋਨ ਕਰ ਦਿੰਦੀ ਹਾਂ, ਰੋਮਾਂਸ ਲਈ ਦੋਵਾਂ ਦਾ ਹੋਣਾ ਜ਼ਰੂਰੀ ਹੈ, ਗਲਾਸਾਂ ਵਿੱਚ ਵਾਈਨ ਪਾਉਂਦਿਆਂ ਉਸਨੇ ਕਿਹਾ। 8 ਵਜੇ ਉਹ ਟੈਕਸੀ ਵਿੱਚ ਬੈਠ ਕੇ ਚਲੇ ਗਏ। ਬੱਚੇ ਆਪਣੇ ਪ੍ਰੋਗਰਾਮ ਟੀਵੀ ਤੇ ਵੇਖਣ ਲੱਗੇ। ਸਮੇਂ ਸਿਰ ਸੌਂ ਜਿਓ, ਐਵੇਂ ਟੀਵੀ ਅੱਗੇ ਨਾ ਬੈਠੇ ਰਹੋ। ਠੀਕ ਹੈ ਮਮ, ਤੁਸੀਂ ਆਨੰਦ ਲਵੋ। ਸਕਾਟ ਨੂੰ ਕੁਝ ਅਪਰਾਧੀ ਭਾਵਨਾ ਘਟ ਗਈ ਮਹਿਸੂਸ ਹੋਈ। ਉਹ ਦੋਵੇਂ ਪਿਆਰ ਨਾਲ ਬੈਠੇ ਗੱਲਾਂ ਕਰਦੇ ਰਹੇ। ਮੈਗੀ ਪਿਆਰ ਹੋਈ ਬੈਠੀ ਸੀ। ਖਾਣਾ ਉਹਨਾਂ ਨੂੰ ਪਸੰਦ ਆਇਆ ਤੇ ਉਹ ਖੁਸ਼ੀ-ਖੁਸ਼ੀ ਘਰ ਆ ਗਏ। ਸੌਣ ਲੱਗੇ ਤਾਂ ਸਕਾਟ ਦੀ ਨਜ਼ਰ ਪੈਬ ਵਾਲੀ ਰਿਪੋਰਟ ਤੇ ਪਈ। 4 ਸਾਲ ਦਾ ਸਮਾਂ ਕਦੋਂ ਲੰਘ ਗਿਆ ਸ਼ੇਰੇ ਨੂੰ ਪਤਾ ਵੀ ਨਾ ਲੱਗਾ। ਜਦੋਂ ਕਦੇ ਉਹ ਇਸ ਬਾਰੇ ਜੀਤਾ ਨਾਲ ਗੱਲ ਕਰਦਾ ਤਾਂ ਉਹ ਕੋਈ ਜਵਾਬ ਨਾ ਦਿੰਦੀ। ਵੈਸੇ ਵੀ ਸ਼ੇਰਾ ਜਦ ਉਸ ਨਾਲ ਰਾਜੂ ਦਾ ਮੋਹ ਪਿਆਰ ਤੇ ਸਮਰਪਣ ਵੇਖਦਾ ਤਾਂ ਉਸ ਨੂੰ ਲੱਗਦਾ ਕਿ ਸ਼ਿੰਦਰ ਹੀ ਭੇਸ ਬਦਲ ਕੇ ਆ ਗਈ ਹੋਵੇ। ਪਰ ਜਦ ਉਹ ਦੂਜੇ ਦੇ ਪੱਖ ਬਾਰੇ ਸੋਚਦਾ ਤਾਂ ਉਸਦੀ ਖੁਸ਼ੀ ਵੀ ਸਰਦ ਤੇ ਖੁਸ਼ਕ ਹੋ ਜਾਂਦੀ। ਉਸ ਨਾਲ ਜੀਤਾ ਦਾ ਵਰਤਾਅ ਕਦੇ ਲੜਾਈ ਝਗੜੇ ਵਾਲਾ ਨਹੀਂ ਸੀ ਹੋਇਆ, ਕਦੇ ਖਾਸ ਤਕਰਾਰ ਵੀ ਨਹੀਂ ਸੀ ਹੋਇਆ। ਪਰ ਸ਼ੇਰੇ ਨੂੰ ਜੀਤਾਂ ਦੇ ਜਜ਼ਬਾਤਾਂ ਵਿੱਚ ਕਦੇ ਗਰਮੀ ਦਾ ਦੂਰ ਨਿੱਘ ਵੀ ਮਹਿਸੂਸ ਨਹੀਂ ਸੀ ਹੋਇਆ। ਕਦੇ ਉਸਨੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ, ਕਦੇ ਇੰਡੀਆ ਨੂੰ ਯਾਦ ਨਹੀਂ ਸੀ ਕੀਤਾ। ਉਹ ਵਾਹ ਲੱਗਦੀ, ਰਾਜੂ ਨੂੰ ਆਪਦੇ ਨਾਲ ਹੀ ਸੌਣ ਲਈ ਆਖਦੀ ਤੇ ਉਹ ਵੀ ਭੱਜ ਕੇ ਉਸ ਨਾਲ ਸੌਂ ਜਾਂਦਾ। ਸ਼ੇਰਾ ਇੱਕ ਹੋਰ ਪੈਗ ਲਾਉਂਦਾ ਤੇ ਕੁਝ ਵੀ ਨਾ ਸੋਚਣ ਦਾ ਯਤਨ ਕਰਦਾ। ਜੀਤਾ ਸਵੇਰੇ 8 ਵਜੇ ਰਾਜੂ ਨੂੰ ਨਾਲ ਲੈ ਕੇ ਘਰੋਂ ਨਿਕਲਦੀ, ਉਸ ਨੂੰ ਸਕੂਲ ਛੱਡਦੀ। ਜੇ ਤਾਂ ਸ਼ੇਰਾ ਘਰ ਹੁੰਦਾ ਤੇ ਉਸ ਨੂੰ ਘਰ ਲੈ ਜਾਂਦਾ, ਨਹੀਂ ਤਾਂ ਜੀਤਾ ਕੰਮ ਤੋਂ ਬਾਅਦ ਉਸ ਨੂੰ ਘਰ ਲੈ ਜਾਂਦੀ। ਘਰ ਜਾ ਕੇ ਉਸਨੇ ਪਹਿਲਾਂ ਰਾਜੂ ਨੂੰ ਪੜ੍ਹਾਉਣਾ ਹੁੰਦਾ, ਫਿਰ ਉਹ ਖਾਣਾ ਬਣਾਉਣ ਲੱਗ ਜਾਂਦੀ। ਖਾਣਾ ਖਾਣ ਬਾਅਦ ਕਿਚਨ ਦੀ ਸਫਾਈ, ਕੱਪੜੇ ਪ੍ਰੈਸ ਕਰਨ ਵਗੈਰਾ ਵਾਲੇ ਕੰਮ ਕਰਦਿਆਂ ਉਸ ਨੂੰ 9 ਵੱਜ ਜਾਂਦੇ। ਕਦੇ ਖਬਰਾਂ ਸੁਣ ਲੈਂਦੀ, ਕਦੇ ਉਹੀ ਸੌਂ ਜਾਂਦੀ। ਵੀਕਐਂਡ 'ਤੇ ਘਰ ਦੀ ਸਫਾਈ, ਸ਼ਾਪਿੰਗ, ਕਦੇ ਕਿਸੇ ਦੇ ਜਾਣਾ, ਕਦੇ ਕੋਈ ਘਰ ਆ ਜਾਂਦਾ। ਤਾਂ ਇੰਝ ਹੀ ਸਮਾਂ ਲੰਘਦਾ ਗਿਆ। ਨਾ ਚਾਹੁੰਦਿਆਂ ਉਸ ਨੂੰ ਸ਼ੇਰੇ ਪ੍ਰਤੀ ਵੀ ਆਪਣੀਆਂ ਜ਼ਿੰਮੇਵਾਰੀਆਂ ਕਦੇ-ਕਦਾਈ ਨਿਭਾਉਣੀਆਂ ਪੈਂਦੀਆਂ, ਪਰ ਉਸ ਨੂੰ ਕਦੇ ਸ਼ਿਕਾਇਤ ਨਹੀਂ ਸੀ ਕੀਤੀ। ਸ਼ੇਰੇ ਨੇ ਕਦੇ ਉਸਦੇ ਮਨ ਵਿੱਚ ਉਤਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸਦੇ ਜਜ਼ਬਾਤ ਜਗਾਉਣ ਦਾ ਉਸ ਨੂੰ ਵੱਲ ਨਹੀਂ ਸੀ ਆਇਆ। ਆਪਣੀ ਉਮਰ ਤੇ ਅਨਪੜ੍ਹਤਾ ਉਸ ਨੂੰ ਸ਼ਾਇਦ ਕਦੇ-ਕਦੇ ਹੀਣਤਾ ਦਾ ਅਹਿਸਾਸ ਕਰਾਉਂਦੀ ਹੋਵੇ, ਪਰ ਉਸਦਾ ਮਰਦ ਹੋਣਾ ਤੇ ਇੰਗਲੈਂਡ ਵਿੱਚ ਹੋਣਾ ਉਸ ਨੂੰ ਹੀਣ ਭਾਵਨਾ ਤੋਂ ਮੁਕਤ ਕਰ ਦਿੰਦਾ। ਇੱਕ ਦਿਨ ਸ਼ੇਰੇ ਦੀ ਛੁੱਟੀ ਸੀ। ਉਹ ਵਿਹਲਾ ਘਰੇ ਬੈਠਾ ਸੀ ਤਾਂ ਉਹ ਹੰਸਲੋਂ ਨੂੰ ਚਲਿਆ ਗਿਆ। ਉਸਨੇ ਜੀਤਾ ਨਾਲ ਲੰਚ ਸਮੇਂ ਚਾਹ ਪਾਣੀ ਇਕੱਠਿਆਂ ਪੀਣ ਬਾਰੇ ਸੋਚਿਆ। ਉਹ ਹਾਈ ਸਟਰੀਟ 'ਤੇ ਚਲਿਆ ਗਿਆ। ਘੜੀ ਵੇਖੀ, 1 ਵੱਜਣ ਵਿੱਚ ਕੁਝ ਮਿੰਟ ਰਹਿੰਦੇ ਸਨ। ਜੀਤਾ 1 ਵਜੇ ਲੰਚ ਕਰਦੀ ਸੀ। ਲੰਚ ਕਰਨ ਉਸਨੇ ਵੀ ਹਾਈ ਸਟਰੀਟ 'ਤੇ ਜਾਣਾ ਹੁੰਦਾ। ਹਾਈ ਸਟਰੀਟ 'ਤੇ ਕਾਫੀ ਭੀੜ ਸੀ। ਸਾਹਮਣੀ ਸੜਕ 'ਤੇ ਜੀਤਾ ਦਾ ਦਫ਼ਤਰ ਸੀ। 1 ਵਜੇ ਉਸਨੇ ਜੀਤਾ ਨੂੰ ਇੱਕ ਏਸ਼ੀਅਨ ਮੁੰਡੇ ਨਾਲ ਬਾਹਰ ਆਉਂਦਿਆਂ ਵੇਖਿਆ। ਸ਼ੇਰੇ ਦੇ ਸਰੀਰ ਵਿੱਚ ਚਰਨਾਹਟ ਫਿਰ ਗਈ। ਉਹ ਦੋਵੇਂ ਗੱਲਾਂ ਕਰਦੇ ਤੁਰੇ ਜਾ ਰਹੇ ਸਨ। ਸ਼ੇਰੇ ਨੇ ਵੇਖਿਆ ਕਦੇ-ਕਦੇ ਉਹਨਾਂ ਦੇ ਮੋਢੇ ਵੀ ਘਸਰ ਜਾਂਦੇ। ਨੇੜੇ ਇੱਕ ਰੈਸਟੋਰੈਂਟ ਸੀ, ਉਹ ਉੱਥੇ ਚਲੇ ਗਏ। ਸੈਂਡਵਿਚ ਤੇ ਚਾਹ ਕੌਫੀ ਲੈ ਕੇ ਉਹਨਾਂ ਨੇ ਲੰਚ ਕੀਤਾ। ਅੱਧੇ ਘੰਟੇ ਬਾਅਦ ਉਹ ਗੱਲਾਂ ਕਰਦੇ ਹੱਸਦੇ ਦਫ਼ਤਰ ਚਲੇ ਗਏ। ਸ਼ੇਰਾ ਗੁੱਸੇ ਨਾਲ ਰਿੱਝਣ ਲੱਗਾ। ਉਸ ਨੂੰ ਲੱਗਾ ਜਿਵੇਂ ਜੀਤਾ ਦੂਸ਼ਿਤ ਹੋ ਗਈ ਹੋਵੇ। ਉਹ ਘਰ ਨੂੰ ਆ ਰਿਹਾ ਸੀ, ਪਰ ਉਸਦੇ ਮਨ ਵਿੱਚ ਚੈਨ ਨਹੀਂ ਸੀ। ਉਹ ਆਪਣੇ ਆਪ ਦਾ ਉਸ ਮੁੰਡੇ ਨਾਲ ਮੁਕਾਬਲਾ ਕਰਦਾ। ਸਾਲੇ 'ਚ ਕਿਹੜੀ ਮੇਰੇ ਨਾਲੋਂ ਚੰਗੀ ਗੱਲ ਆ। ਉਹਨੂੰ ਲੱਗਦਾ ਕਿ ਉਸ ਨਾਲੋਂ ਕੁਝ ਕੁ ਜਵਾਨ ਸੀ, ਪਰ ਸ਼ੇਰੇ ਕੋਲ ਘਰ ਸੀ, ਚੰਗੀ ਨੌਕਰੀ ਸੀ ਜਿੱਥੇ ਓਵਰ ਟਾਈਮ ਵੀ ਲੱਗਦਾ ਸੀ। ਪੜ੍ਹਾਈ ਹੀ ਘੱਟ ਹੈ, ਪਰ ਇੱਥੇ ਪੜ੍ਹਾਈ ਨਾਲ ਕੀ ਫਰਕ ਪੈਂਦਾ। ਪਰ ਜਨਾਨੀਆਂ ਦੀ ਗਿੱਚੀ ਪਿੱਛੇ ਮੱਤ। ਉਹ ਪਤਾ ਨਹੀਂ ਕੀ ਕੁਝ ਸੋਚਦਿਆਂ ਆਇਆ। ਘਰ ਆ ਕੇ ਉਸ ਨੂੰ ਨਵੀਂ ਸੋਚ ਨੇ ਘੇਰ ਲਿਆ। ਹੁਣ ਉਹ ਜੀਤਾ ਨਾਲ ਗੱਲ ਕਰੇ ਜਾਂ ਨਾ। ਜੀਤਾ ਨੂੰ ਪੁੱਛੇ, ਬਈ ਉਸ ਬੰਦੇ ਨਾਲ ਤੇਰਾ ਰਿਸ਼ਤਾ ਕੀ ਸੀ, ਤੇ ਜਾਂ ਫਿਰ ਚੁੱਪ ਹੀ ਰਵੇ। ਸਾਲੀ ਦੇਖ ਕੇ ਮੱਖੀ ਨਿਗਲੀ ਵੀ ਨਹੀਂ ਜਾਂਦੀ। ਨਾਜਰ ਦੀ ਰਾਏ ਬਾਰੇ ਵੀ ਉਸਨੇ ਸੋਚਿਆ, ਪਰ ਆਪ ਹੀ ਇਸ ਵਿਚਾਰ ਨੂੰ ਰੱਦ ਕਰ ਦਿੱਤਾ। ਘਰ ਦੀ ਗੱਲ ਬਾਹਰ ਨਿਕਲੀ ਤਾਂ ਸਮਝੋ ਇੱਜ਼ਤ ਮਿੱਟੀ ਵਿੱਚ ਰੁਲ ਗਈ। ਸ਼ਾਮ ਤੱਕ ਉਸ ਨੂੰ ਕੁਝ ਸਮਝ ਨਾ ਆਈ। ਉਸ ਨੂੰ ਯਾਦ ਆਇਆ ਕਿ ਉਸਨੇ ਰਾਜੂ ਨੂੰ ਨਾਜਰ ਦੇ ਘਰੋਂ ਲੈ ਕੇ ਆਉਣਾ ਸੀ। ਉਹ ਜਲਦੀ ਨਾਲ ਉੱਠਿਆ ਤੇ ਚੱਕਵੇਂ ਪੈਰੀ ਨਾਜਰ ਦੀ ਦੁਕਾਨ ਵੱਲ ਨੂੰ ਤੁਰ ਪਿਆ। ਰਾਜੂ ਨੂੰ ਨਾਲ ਲੈ ਕੇ ਉਹ 5 ਵਜੇ ਨੂੰ ਘਰ ਆ ਗਿਆ। ਸੋਚਦਾ ਉਹ ਸੋਫੇ ਤੇ ਪੈ ਗਿਆ। ਆਮ ਵਾਂਗੂ 5:30 ਵਜੇ ਨੂੰ ਜੀਤਾ ਆ ਗਈ। ਕੱਪੜੇ ਬਦਲ ਕੇ ਉਹ ਰਾਜੂ ਨੂੰ ਪੜ੍ਹਾਉਣ ਲੱਗੀ। ਸ਼ੇਰੇ ਦੇ ਬੇਚੈਨ ਮਨ ਨੂੰ ਹੋਰ ਤਾਂ ਕੁਝ ਸਮਝ ਨਾ ਆਇਆ। ਉਹਨੇ ਬੀਅਰ ਦਾ ਡੱਬਾ ਚੁੱਕ ਲਿਆ। ਬੀਅਰ ਪੀ ਕੇ ਬਗਾੜੀ ਦਾ ਪੈਗ ਪਾ ਲਿਆ, ਪਰ ਉਸਦੇ ਮਨ ਨੂੰ ਫਿਰ ਵੀ ਚੈਨ ਨਾ ਆਇਆ। ਜਦੋਂ ਉਹਨੂੰ ਜੀਤਾ ਨੇ ਰੋਟੀ ਬਣਾਈ ਤਾਂ ਪਾ ਕੇ ਉਸ ਨੂੰ ਫੜਾਉਣ ਲਈ ਲੈ ਗਈ। ਉਹ ਸੈਟੀ ਤੇ ਲੰਮਾ ਪਿਆ ਘਰਾੜੇ ਮਾਰਦਾ ਸੀ। ਜੀਤਾ ਹੈਰਾਨ ਸੀ। ਉਸਨੇ ਉਸ ਨੂੰ ਜਗਾਉਣ ਲਈ ਹਿਲਾਇਆ, ਪਰ ਉਹ ਜਾਗਿਆ ਨਾ।
ਜੀਤਾ ਜਾ ਕੇ ਰਾਜੂ ਨਾਲ ਪੈ ਗਈ। ਸਵੇਰ ਨੂੰ ਸ਼ੇਰੇ ਨੇ 7 ਵਜੇ ਕੰਮ ਤੇ ਪਹੁੰਚਣਾ ਸੀ। ਉਹ ਆਮ ਵਾਂਗ ਘਰੋਂ ਨਿਕਲ ਗਿਆ। ਜੀਤਾ ਉੱਠੀ ਤਾਂ ਰਾਤ ਦੀ ਰੋਟੀ ਉਵੇਂ ਮੇਜ਼ ਤੇ ਪਈ ਸੀ। ਉਸ ਨੂੰ ਕੁਝ ਹੈਰਾਨੀ ਹੋਈ। ਉਹ ਸਵੇਰੇ ਕੰਮ ਤੇ ਜਾਣ ਦੀ ਦੌੜ ਭੱਜ ਵਿੱਚ ਸਭ ਭੁੱਲ ਗਈ ਤੇ ਸਮੇਂ ਸਿਰ ਘਰੋਂ ਬਾਹਰ ਨਿਕਲ ਗਈ। ਸ਼ਾਮ ਨੂੰ ਘਰ ਆਈ ਤਾਂ ਸ਼ੇਰਾ ਘਰ ਨਹੀਂ ਸੀ। ਜ਼ਾਹਰ ਸੀ ਰਾਜੂ ਪ੍ਰੀਤੋ ਕੋਲ ਸੀ। ਉਹ ਉਹਦੇ ਵੱਲ ਚਲੀ ਗਈ। ਬੱਚੇ ਬਾਹਰ ਖੇਡਦੇ ਸਨ। ਨਾਜਰ ਦੁਕਾਨ ਵਿੱਚ ਸੀ ਤੇ ਉਹ ਪ੍ਰੀਤੋ ਕੋਲੇ ਚਲੀ ਗਈ। ਪ੍ਰੀਤੋ ਨੇ ਸਦਾ ਵਾਂਗ ਉਹਦੀ ਆਓ ਭਗਤ ਕੀਤੀ। ਕਿਵੇਂ ਰਿਹਾ ਤੇਰਾ ਦਿਨ ਜੀਤਾ? ਚਾਹ ਬਣਾਵਾਂ? ਚਾਹ ਦੀ ਤਾਂ ਲੋੜ ਨਹੀਂ ਭੈਣੇ, ਦਿਨਾਂ ਨੇ ਤਾਂ ਲੰਘੀ ਜਾਣ। ਉਸ ਦੇ ਬੋਲਾਂ ਵਿੱਚ ਉਦਾਸੀ ਦੀ ਭਾਅ ਪ੍ਰੀਤੋ ਤੋਂ ਗੁੱਝੀ ਨਾ ਰਹੀ। ਕੀ ਗੱਲ, ਸਭ ਠੀਕ ਹੈ? ਤੂੰ ਉਦਾਸ ਜਿਹੀ ਲੱਗਦੀ ਹੈ। ਜੀਤਾ ਕੁਝ ਦੇਰ ਚੁੱਪ ਬੈਠੀ ਰਹੀ। ਕਦੇ ਕਦੇ ਉਹ ਪ੍ਰੀਤੋ ਨਾਲ ਦਿਲ ਦੀ ਗੱਲ ਖੋਲ੍ਹ ਲੈਂਦੀ ਸੀ। ਕੁਝ ਦੇਰ ਉਹ ਸਾਹਮਣੇ ਵੱਲ ਘੂਰਦੀ ਰਹੀ, ਫਿਰ ਬੋਲੀ, ਭੈਣ ਜੀ ਕੁਝ ਲੋਕ ਜ਼ਿੰਦਗੀ ਦਿਮਾਗ ਨਾਲ ਜਿਉਂਦੇ ਆ ਤੇ ਕੁਝ ਦਿਲ ਨਾਲ, ਪਰ ਜ਼ਿੰਦਗੀ ਜਿਉਣ ਲਈ ਦੋਨਾਂ ਦੀ ਲੋੜ ਹੈ। ਮੇਰੇ ਘਰੋਂ ਦਿਲ ਗਾਇਬ ਆ। ਪ੍ਰੀਤੋ ਨੇ ਉਸਦਾ ਹੱਥ ਫੜ ਲਿਆ। ਉਸਨੂੰ ਜੀਤਾ ਦੀ ਪੜ੍ਹੀ ਲਿਖੀ ਗੱਲ ਤਾਂ ਭਾਵੇਂ ਥੋੜ੍ਹੀ ਸਮਝ ਆਈ, ਪਰ ਅਰਥ ਉਸਨੂੰ ਪੂਰੇ ਸਮਝ ਆ ਗਏ ਸਨ। ਉਹ ਜੀਤਾ ਦਾ ਦੁੱਖ ਸਮਝਦੀ ਸੀ। ਉਸ ਕੋਲੇ ਜੀਤਾ ਨੂੰ ਖੁਸ਼ ਕਰਨ ਦੀ ਕੋਈ ਤਰਕੀਬ ਨਹੀਂ ਸੀ। ਸਭ ਕਿਸਮਤ ਦੀਆਂ ਗੱਲਾਂ। ਜੀਤਾ ਦਿਲ ਰੱਖ, ਸਭ ਠੀਕ ਹੋ ਜੂ। ਠੀਕ ਹੋ ਜੂ? ਸ਼ਿੰਦਰ ਚਲੀ ਗਈ। ਸਭ ਨੂੰ ਰਾਜੂ ਦੀ ਫਿਕਰ ਹੋਣ ਲੱਗੀ। ਰਾਜੂ ਨੂੰ ਮਤਈ ਨੇ ਸਾਂਭਣਾ ਨਹੀਂ, ਉਹਦੀ ਜੂਨ ਖਰਾਬ ਹੋ ਜੂ। ਗੱਲ ਠੀਕ ਵੀ ਸੀ। ਸਾਰੇ ਮੈਨੂੰ ਬਲੀ ਦਾ ਬੱਕਰਾ ਬਣਾਉਣ ਲਈ ਕਾਹਲੇ ਹੋ ਗਏ। ਕਿਸੇ ਨੇ ਨਹੀਂ ਸੋਚਿਆ ਵੀ ਮੇਰੀ ਜੂਨ ਖਰਾਬ ਹੋ ਜੂ। ਮੈਂ ਕਿਹਾ ਵੀ ਰਾਜੂ ਨੂੰ ਮੈਂ ਗੋਦ ਲੈ ਲੂੰ, ਉਸ ਨੂੰ ਪਾਲਣ ਦਾ ਪੜ੍ਹਾਉਣ ਦਾ ਜਿੰਮਾ ਮੇਰਾ। ਉਹਦਾ ਪਿਓ ਕਹੇ ਇਹ ਨਹੀਂ ਹੋ ਸਕਦਾ। ਰਾਜੂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਮੈਂ ਵੀ ਚੁੱਪ ਹੋ ਗਈ। ਹੁਣ ਦੱਸ ਕੀ ਬਦਲ ਜੂ? ਮੈਨੂੰ ਪੜ੍ਹਨ ਲਿਖਣ ਦਾ ਕੀ ਫਾਇਦਾ ਹੋਇਆ? ਜੀਤਾ ਉਧੜੀ ਜਾ ਰਹੀ ਸੀ। ਜੀਤਾ ਕੁਰਬਾਨੀ ਤਾਂ ਤੇਰੀ ਹੈ, ਸ਼ਾਇਦ ਰਾਜੂ ਮੁੱਲ ਪਾ ਦੇ। ਜ਼ਰੂਰ ਪਾਊ। ਲੈ ਮੈਂ ਚਾਹ ਬਣਾਵਾਂ, ਆ ਜਾ ਕਿਚਨ 'ਚ ਚੱਲੀਏ। ਭੈਣ ਜੀ ਉਹ ਤਾਂ ਠੀਕ ਆ, ਹੋਰ 10 ਸਾਲਾਂ ਨੂੰ ਰਾਜੂ ਦਾ ਸਿਆਣਾ ਹੋ ਜਾਣਾ, ਉਹਨੂੰ ਮੇਰੀ ਲੋੜ ਨਹੀਂ ਰਹਿਣੀ ਤੇ ਮੇਰੀ ਸਾਰੀ ਉਮਰ। ਪ੍ਰੀਤੋ ਚਾਹ ਬਣਾਉਣ ਲੱਗੀ। ਜੀਤਾ ਲਈ ਉਸਦੇ ਦਿਲ ਵਿੱਚ ਤਰਸ ਸੀ। ਉਹ ਕੁਝ ਵੀ ਬਦਲ ਨਹੀਂ ਸੀ ਸਕਦੀ, ਪਰ ਉਹ ਕੁਝ ਅਜਿਹਾ ਕਹਿਣਾ ਚਾਹੁੰਦੀ ਸੀ ਜਿਸ ਨਾਲ ਜੀਤਾ ਨੂੰ ਪੂਰਾ ਆਸਰਾ ਮਿਲ ਜਾਵੇ। ਦੇਖ, ਹੋਰ ਤਾਂ ਕੁਝ ਹੋ ਨਹੀਂ ਸਕਦਾ। ਜੇ ਕਦੇ ਸ਼ੇਰਾ ਤੇਰੇ ਨਾਲ 5-3 ਕਰੇ ਤਾਂ ਮੈਨੂੰ ਦੱਸੀ, ਮੈਂ ਉਹਦੇ ਕੰਨ ਜ਼ਰੂਰ ਫੜ ਸਕਦੀ ਹਾਂ। ਪ੍ਰੀਤੋ ਨੇ ਮੁਸਕਰਾਉਣ ਦਾ ਯਤਨ ਕੀਤਾ। ਨਹੀਂ ਭੈਣ ਜੀ, ਮੈਨੂੰ ਕੋਈ ਗਿਲਾ ਨਹੀਂ, ਜੋ ਮਰਜ਼ੀ ਕਰੇ। ਗਿਲੇ ਸ਼ਿਕਵੇ ਤਾਂ ਉਸ ਨਾਲ ਹੁੰਦੇ ਆ ਜਿਹਦੇ ਨਾਲ ਦਿਲ ਦੀ ਸਾਂਝ ਹੋਵੇ। ਪ੍ਰੀਤੋ ਦੇ ਚਾਹ ਪਾਉਂਦੀ ਦੇ ਹੱਥ ਰੁਕ ਗਏ। ਉਹਨੂੰ ਜੀਤਾ ਤੇ ਹੋਰ ਵੀ ਤਰਸ ਆਇਆ। ਉਹਨੇ ਚਾਹ ਛੱਡ ਕੇ ਜੀਤਾ ਨੂੰ ਜੱਫੀ ਵਿੱਚ ਕੁੱਟ ਲਿਆ। ਸ਼ਬਦ ਉਸ ਕੋਲ ਮੁੱਕ ਗਏ ਸਨ। ਸ਼ਬਦਾਂ ਦੀ ਥਾਂ ਅਥਰੂ ਬੋਲਣ ਲੱਗੇ। ਉਹ ਕੁਝ ਦੇਰ ਇੰਝ ਹੀ ਖੜੀਆਂ ਰਹੀਆਂ। ਫਿਰ ਪ੍ਰੀਤੋ ਨੇ ਚਾਹ ਵੱਲ ਧਿਆਨ ਦਿੱਤਾ। ਚਾਹ ਪੀ ਕੇ ਜੀਤਾ ਰਾਜੂ ਨੂੰ ਘਰ ਲੈ ਆਈ। ਅੱਗੇ ਸ਼ੇਰਾ ਪਹਿਲਾਂ ਹੀ ਪੈਗ ਲਾਈ ਜਾ ਰਿਹਾ ਸੀ। ਉਹ ਬਿਨਾਂ ਕੁਝ ਕਹੇ ਰਾਜੂ ਲਈ ਖਾਣਾ ਤਿਆਰ ਕਰਨ ਲੱਗੀ। ਇੱਕ ਦਿਨ ਸਵੇਰ ਦੀ ਸ਼ਿਫਟ ਬਾਅਦ ਸ਼ੇਰਾ ਘਰ ਆਇਆ ਤੇ ਰਾਜੂ ਨੂੰ ਸਕੂਲੋਂ ਲੈ ਕੇ ਅਚਾਨਕ ਜੀਤਾ ਨੂੰ ਕੰਮ ਤੋਂ ਲੈਣ ਲਈ ਕਾਰ ਵਿੱਚ ਚਲਾ ਗਿਆ। ਜਦ ਉਹਨੇ ਉਸਦੇ ਦਫ਼ਤਰ ਵੱਲ ਕਾਰ ਮੋੜੀ ਤਾਂ ਜੀਤਾ ਦਫ਼ਤਰ ਵਿੱਚੋਂ ਬਾਹਰ ਨਿਕਲ ਕੇ ਬੱਸ ਸਟਾਪ ਵੱਲ ਮੁੜਨ ਲੱਗੀ। ਉਸਨੇ ਜੀਤਾ ਨੂੰ ਆਵਾਜ਼ ਮਾਰੀ ਤੇ ਉਹ ਕਾਰ ਵਿੱਚ ਆ ਕੇ ਬਹਿ ਗਈ। ਰਾਜੂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਰਹੀ। ਸ਼ੇਰੇ ਦੇ ਪੁੱਛੇ ਆਮ ਜਿਹੇ ਸਵਾਲਾਂ ਦਾ ਜਵਾਬ ਦਿੰਦੀ। ਉਹ ਘਰ ਪਹੁੰਚ ਗਏ। ਸ਼ੇਰੇ ਦੀ ਨਜ਼ਰ ਨੇ ਉਸ ਬੰਦੇ ਨੂੰ ਬੱਸ ਸਟਾਪ ਤੇ ਖੜਾ ਵੇਖ ਲਿਆ ਸੀ। ਉਸਦੇ ਮਨ ਵਿੱਚ ਹੋਰ ਉਧੇੜ ਬਣ ਸ਼ੁਰੂ ਹੋ ਗਈ। ਕਿਤੇ ਉਹ ਜੀਤਾ ਤੇ ਐਵੇਂ ਦਾ ਨਹੀਂ। ਜੀਤਾ ਸਾਊਥਹਾਲ ਸਟੇਸ਼ਨ ਦੇ ਸਾਹਮਣੇ ਕਿਸੇ ਨੇ ਨਿੱਕਾ ਜਿਹਾ ਖੋਖਾ ਖੋਲ੍ਹ ਕੇ ਕਬਾਬ ਬਣਾਉਣੇ ਸ਼ੁਰੂ ਕੀਤੇ ਆ। ਆਪਾਂ ਵੀ ਲੈ ਚੱਲੀਏ, ਦੇਖ ਲਓ ਜੀ ਜੇ ਜੀ ਕਰਦਾ ਤਾਂ। ਟੋਨੀ ਨੇ ਰੰਧਾਵੇ ਬਾਰੇ ਕਾਫੀ ਜਾਣਕਾਰੀ ਇਕੱਠੀ ਕਰ ਲਈ ਸੀ। ਰੰਧਾਵਾ ਸ਼ਹਿਰ ਦੇ ਬਾਹਰ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਚੜ੍ਹਦੀ ਵਾਲੇ ਪਾਸੇ ਰਹਿੰਦਾ ਸੀ। ਇਹਨਾਂ ਘਰਾਂ ਦੇ ਪਿੱਛੇ ਵੱਡੇ ਬਗੀਚੇ ਸਨ। ਬਗੀਚਿਆਂ ਦੇ ਅਖੀਰ ਤੇ ਉੱਚੇ ਦਰਖਤ ਤੇ ਦਰਖਤਾਂ ਦੇ ਪਿੱਛੇ ਇੱਕ ਫਾਰਮ ਸੀ ਜਿਹੜਾ ਘਰਾਂ ਵਿੱਚੋਂ ਦਿਸਦਾ ਨਹੀਂ ਸੀ। ਗੈਰੀ ਦਾ ਘਰ ਇਸੇ ਸੜਕ ਤੇ ਅੱਗੇ ਜਾ ਕੇ ਸੀ ਤੇ ਬੌਬ ਇਸੇ ਸੜਕ ਵਿੱਚੋਂ ਨਿਕਲਦੀ ਖੱਬੇ ਨੂੰ ਪਹਿਲੀ ਸੜਕ ਤੇ ਵਾਟਰਗੇਟ ਕਲੋਜ਼ ਦੇ ਸਿਰੇ ਤੇ ਰਹਿੰਦਾ ਸੀ। ਰੰਧਾਵੇ ਨੇ ਪਿਛਲੇ ਸਾਲਾਂ ਵਿੱਚ ਕਈ ਲਿਮਟਿਡ ਕੰਪਨੀਆਂ ਬਣਾਈਆਂ ਤੇ ਬੈਂਕਾਂ ਤੋਂ ਕਰਜ਼ਾ ਲੈ ਕੇ ਸਪਲਾਇਰਾਂ ਤੋਂ ਸਮਾਨ ਲੈ ਕੇ ਇਹਨਾਂ ਕੰਪਨੀਆਂ ਦਾ ਦਿਵਾਲਾ ਕੱਢ ਦਿੱਤਾ ਸੀ। ਇਸ ਤਰ੍ਹਾਂ ਉਹ ਮੁਫਤ ਵਿੱਚ ਪੈਸੇ ਕਮਾ ਲੈਂਦਾ। ਬਾਅਦ ਵਿੱਚ ਸਰਕਾਰ ਨੇ ਡਾਇਰੈਕਟਰਾਂ ਨੂੰ ਜ਼ਿੰਮੇਵਾਰ ਬਣਾ ਦਿੱਤਾ ਤਾਂ ਰੰਧਾਵਾ ਕੰਮ ਕਰਦੇ ਲੋਕਾਂ ਨੂੰ ਡਾਇਰੈਕਟਰ ਬਣਾ ਦਿੰਦਾ। ਉਹਨਾਂ ਨੂੰ ਕੁਝ ਮਾਲੀ ਲਾਭ ਦੇ ਕੇ ਕੰਪਨੀਆਂ ਦਾ ਦਿਵਾਲਾ ਕੱਢ ਦਿੰਦਾ। ਉਹਨਾਂ ਲੋਕਾਂ ਕੋਲੇ ਕੁਝ ਖਾਸ ਹੁੰਦਾ ਨਹੀਂ ਸੀ। ਜੇ ਕਿਸੇ ਦਾ ਕੋਈ ਮਾੜਾ ਮੋਟਾ ਨੁਕਸਾਨ ਹੁੰਦਾ ਤਾਂ ਉਹ ਕੁਝ ਨਾ ਕੁਝ ਉਹਨਾਂ ਨੂੰ ਦੇ ਦਿੰਦਾ। ਹੁਣ ਰੰਧਾਵੇ ਦੀ ਜਾਇਦਾਦ 10-12 ਮਿਲੀਅਨ ਪਾਉਂਡਾਂ ਦੇ ਕਰੀਬ ਸੀ, ਪਰ ਰੰਧਾਵਾ ਅਜੇ ਵੀ ਗੈਰ ਕਾਨੂੰਨੀ ਕੰਮ ਕਰਦਾ ਸੀ ਤੇ ਬੌਬ ਦੀ ਉਸ ਨਾਲ ਸਦਾ ਸਹਿਮਤੀ ਹੁੰਦੀ। ਰੰਧਾਵੇ ਦੀ ਪਤਨੀ ਸਿੱਧੀ ਸਾਦੀ ਘਰੇਲੂ ਔਰਤ ਸੀ। ਉਸਨੂੰ ਆਪਣੇ ਪਤੀ ਬਾਰੇ ਪੂਰਾ ਤਾਂ ਕੁਝ ਨਹੀਂ ਪਤਾ ਸੀ। ਉਹ ਰੱਬ ਅੱਗੇ ਅਰਦਾਸਾਂ ਕਰਦੀ ਰਹਿੰਦੀ ਕਿ ਉਸਦੇ ਗੁਨਾਹਾਂ ਨੂੰ ਮਾਫ਼ ਕਰ ਦੇਵੇ, ਪਰ ਉਸਨੂੰ ਪਤਾ ਸੀ ਕਿ ਉਸਦਾ ਪਤੀ ਸਿਰੇ ਦਾ ਤੀਵੀਂਬਾਜ਼ ਸੀ। ਉਹ ਦਿਲੋਂ ਬਹੁਤ ਦੁਖੀ ਹੁੰਦੀ, ਪਰ ਉਸਦੇ ਅੱਗੇ ਬੋਲਣ ਦੀ ਉਸ ਵਿੱਚ ਹਿੰਮਤ ਨਹੀਂ ਸੀ। ਰੰਧਾਵਾ ਪੁਰਾਣੀ ਕਿਸਮ ਦੇ ਲੋਕਾਂ ਵਿੱਚੋਂ ਸੀ। ਉਹ ਟੈਲੀਫੋਨ ਦੀ ਲੋੜ ਗੋਚਰੀ ਵਰਤੋਂ ਦਾ ਕਰ ਲੈਂਦਾ, ਪਰ ਕੰਪਿਊਟਰ ਨੂੰ ਉਸਨੇ ਕਦੇ ਹੱਥ ਨਹੀਂ ਸੀ ਲਾਇਆ।
ਉਸਦਾ ਕੰਮ ਬਹੁਤਾ ਜਾਂ ਤਾਂ ਬੌਬ ਕਰਦਾ ਜਾਂ ਉਹਦਾ ਸਟਾਫ। ਅਜੇ ਵੀ ਰੰਧਾਵਾ ਆਪ ਵੀ ਕੋਈ ਨਾ ਕੋਈ ਹੇਰਾਫੇਰੀ ਕਰਦਾ ਰਹਿੰਦਾ ਸੀ। ਟੋਨੀ ਕਿਵੇਂ ਨਾ ਕਿਵੇਂ ਉਸ ਨੂੰ ਮਿਲ ਕੇ ਉਸ ਨਾਲ ਜਾਣ ਪਛਾਣ ਕਰਨੀ ਚਾਹੁੰਦਾ ਸੀ ਤਾਂ ਜੋ ਉਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਲੈ ਸਕੇ। ਟੋਨੀ ਨੇ ਰੰਧਾਵੇ ਦਾ ਪਿੱਛਾ ਕੀਤਾ ਤਾਂ ਉਹਨੂੰ ਦਿਲਚਸਪ ਗੱਲ ਇਹ ਲੱਗੀ ਕਿ ਉਹ ਹਰ ਐਤਵਾਰ ਗੁਰਦੁਆਰੇ ਜ਼ਰੂਰ ਜਾਂਦਾ ਸੀ। ਰੰਧਾਵੇ ਨਾਲ ਜਾਣ ਪਛਾਣ ਦਾ ਗੁਰਦੁਆਰੇ ਚੰਗਾ ਮੌਕਾ ਮੇਲ ਬਣ ਸਕਦਾ ਸੀ। ਟੋਨੀ ਨੇ ਇੱਕ ਵੈਬਸਾਈਟ ਬਣਾ ਕੇ ਕੰਪਿਊਟਰ ਰਿਪੇਅਰ ਦੀ ਮਸ਼ਹੂਰੀ ਪਾ ਦਿੱਤੀ। ਨਾਲ ਹੀ ਉਸਨੇ ਲਿਖ ਦਿੱਤਾ ਕਿ ਲੋਕਲ ਚੈਰਿਟੀ ਤੇ ਧਾਰਮਿਕ ਸਥਾਨਾਂ ਦੇ ਕੰਪਿਊਟਰਾਂ ਦੀ ਰਿਪੇਅਰ ਮੁਫਤ ਕੀਤੀ ਜਾਵੇਗੀ। ਕੁਝ ਦਿਨਾਂ ਬਾਅਦ ਉਸਨੇ ਗੁਰਦੁਆਰੇ ਦੇ ਕੰਪਿਊਟਰ ਨੂੰ ਜਾਮ ਕਰ ਦਿੱਤਾ। ਉਹ ਉਮੀਦ ਕਰਦਾ ਸੀ ਕਿ ਉਸਦੀ ਮਸ਼ਹੂਰੀ ਨੂੰ ਵੇਖ ਕੇ ਸ਼ਾਇਦ ਉਸ ਨੂੰ ਸੱਦ ਲਿਆ ਜਾਵੇ ਤੇ ਸ਼ਾਇਦ ਰੰਧਾਵੇ ਨਾਲ ਮੁਲਾਕਾਤ ਹੋ ਜਾਵੇ। ਇਸ ਵੱਡੀ ਸ਼ਾਇਦ ਨੇ ਉਸ ਨੂੰ ਰਾਤ ਭਰ ਸੌਣ ਨਾ ਦਿੱਤਾ। ਜੇ ਉਹਨਾਂ ਨੇ ਕਿਸੇ ਹੋਰ ਨੂੰ ਬੁਲਾ ਲਿਆ ਤਾਂ ਉਸਦਾ ਸਾਰਾ ਕੀਤਾ ਕਰਾਇਆ ਖੂਜ ਪੈ ਜਾਣਾ ਸੀ। ਟੋਨੀ ਨੇ ਗੁਰਦੁਆਰੇ ਦੇ ਕੰਪਿਊਟਰ ਤੇ ਅੱਖ ਰੱਖੀ। ਅਗਲੇ ਦਿਨ ਕੋਈ ਕੰਪਿਊਟਰ ਨੂੰ ਰਿਪੇਅਰ ਕਰਨ ਦਾ ਯਤਨ ਕਰ ਰਿਹਾ ਸੀ। ਕੁਝ ਦਿਨ ਬਾਅਦ ਕੰਪਿਊਟਰ ਚਾਲੂ ਹੋ ਗਿਆ। ਟੋਨੀ ਸੋਚਣ ਲੱਗਿਆ ਵੀ ਹੁਣ ਕੀਤਾ ਕੀ ਜਾਵੇ। ਟੋਨੀ ਕੋਲ ਰੰਧਾਵੇ ਦਾ ਟੈਲੀਫੋਨ ਨੰਬਰ ਵੀ ਸੀ ਤੇ ਉਸਦੀ ਈਮੇਲ ਵੀ। ਟੋਨੀ ਨੇ ਗੁਰਦੁਆਰੇ ਦੇ ਕੰਪਿਊਟਰ ਤੋਂ ਕੁਝ ਕਮੇਟੀ ਮੈਂਬਰਾਂ ਦੇ ਨੰਬਰ ਲੈ ਕੇ ਉਹਨਾਂ ਨੂੰ ਵੀ ਐਡ ਭੇਜ ਦਿੱਤੀ। ਟੋਨੀ ਨੇ ਆਪਣੀ ਐਡ ਉਸਦੇ ਮੈਸੇਜ ਤੇ ਭੇਜੀ, ਨਾਲ ਹੀ ਉਸਦੀ ਈਮੇਲ ਤੇ ਵੀ। 1-2 ਦਿਨਾਂ ਬਾਅਦ ਟੋਨੀ ਨੇ ਕੰਪਿਊਟਰ ਨੂੰ ਫੇਰ ਤੋਂ ਜਾਮ ਕਰ ਦਿੱਤਾ। ਇਸ ਵਾਰ ਕਮੇਟੀ ਦੇ ਪ੍ਰਧਾਨ ਦਾ ਉਹਨੂੰ ਫੋਨ ਆ ਗਿਆ। ਟੋਨੀ ਨੇ ਐਤਵਾਰ ਨੂੰ ਉਹਨਾਂ ਨੂੰ ਕੰਮ ਦਾ ਸਮਾਂ ਨਿਯਤ ਕਰ ਲਿਆ। ਟੋਨੀ ਖੁਸ਼ ਸੀ। ਐਤਵਾਰ ਨੂੰ ਮਿੱਥੇ ਸਮੇਂ ਉਹ ਗੁਰਦੁਆਰਾ ਸਾਹਿਬ ਪਹੁੰਚਿਆ। ਆਫਿਸ ਵਿੱਚ ਗਿਆ ਤਾਂ ਉਸਨੇ ਰੰਧਾਵੇ ਨੂੰ ਚੌੜਾ ਹੋਇਆ ਕੁਰਸੀ ਤੇ ਬੈਠਾ ਦੇਖਿਆ। ਉਸਨੇ ਸਭ ਨੂੰ ਸਾਂਝੀ ਜਿਹੀ ਹੈਲੋ ਕੀਤੀ ਤੇ ਆਪਣੀ ਜਾਣ ਪਛਾਣ ਕਰਾਈ। ਰੰਧਾਵਾ ਬਿੱਲੀਆਂ ਅੱਖਾਂ ਤੇ ਸ਼ਰਾਰਤੀ ਮੁਸਕਾਨ ਨਾਲ ਟੋਨੀ ਵੱਲ ਵੇਖ ਰਿਹਾ ਸੀ। ਟੋਨੀ ਕੰਪਿਊਟਰ ਸਾਹਮਣੇ ਬਹਿ ਗਿਆ। ਉਹ ਸੁਣ ਮੁੰਡਿਆ, ਆਹ ਨਾ ਹੋਵੇ ਕਿ ਕੰਪਿਊਟਰ 2 ਦਿਨਾਂ ਨੂੰ ਫੇਰ ਖੜ ਜੇ। ਕੰਮ ਪੱਕਾ ਕਰਕੇ ਜਾਈਂ। ਜੇ ਕੰਮ ਨਹੀਂ ਆਉਂਦਾ ਤਾਂ ਪਹਿਲਾਂ ਹੀ ਦੱਸ ਦੇ, ਰੰਧਾਵਾ ਬੋਲਿਆ। ਟੋਨੀ ਨੇ ਕੰਪਿਊਟਰ ਦੀ ਥਾਂ ਰੰਧਾਵੇ ਵੱਲ ਦੇਖਿਆ। ਉਸਦੇ ਬੁੱਲ੍ਹਾਂ ਤੇ ਨਿੱਕੀ ਜਿਹੀ ਵਿਅੰਗਮਈ ਮੁਸਕਰਾਹਟ ਸੀ। ਤੈਨੂੰ ਕੰਪਿਊਟਰ ਬਾਰੇ ਕਿੰਨਾ ਕੁ ਪਤਾ? ਮੈਨੂੰ ਨਹੀਂ ਪਤਾ, ਪਰ ਜਿਸ ਕੰਪਿਊਟਰ ਨੂੰ ਮੇਰਾ ਹੱਥ ਲੱਗ ਜਾਵੇ ਉਹ ਕੰਪਿਊਟਰ ਮੁੜ ਕੇ ਛੇਤੀ ਕੀਤਿਆਂ ਖਰਾਬ ਨਹੀਂ ਹੁੰਦਾ। ਉਮਰ ਨਾਲ ਤਾਂ ਸਰ ਤੁਸੀਂ ਵੀ ਨਹੀਂ ਰਹਿਣਾ। ਟੋਨੀ ਚੁੱਪਚਾਪ ਕੰਮ ਤੇ ਲੱਗ ਗਿਆ ਤੇ ਰੰਧਾਵੇ ਨੂੰ ਇਹੋ ਜਿਹੇ ਜਵਾਬ ਦੀ ਉਮੀਦ ਨਹੀਂ ਸੀ। ਅੱਧੇ ਘੰਟੇ ਬਾਅਦ ਟੋਨੀ ਨੇ ਕੰਪਿਊਟਰ ਚਾਲੂ ਕਰ ਦਿੱਤਾ। ਲਓ ਜੀ, ਤੁਹਾਡਾ ਕੰਪਿਊਟਰ ਠੀਕ ਹੈ। ਇਸ ਵਿੱਚ ਵਾਇਰਸ ਆ ਗਿਆ ਸੀ ਜੋ ਮੈਂ ਸਾਫ਼ ਕਰਤਾ, ਤੇ ਜੇ ਤੇਰੇ ਘਰੇ ਪਹੁੰਚਣ ਤੋਂ ਪਹਿਲਾਂ ਇਹ ਵਾਇਰਸ ਫੇਰ ਆ ਗਿਆ ਤਾਂ, ਰੰਧਾਵਾ ਬੋਲਿਆ, ਉਹਦਾ ਇਲਾਜ ਵੀ ਕਰਤਾ ਜੀ ਮੈਂ। ਵਾਇਰਸ ਰੋਕਣ ਵਾਸਤੇ ਮੈਂ ਮੁਫਤ ਵਿੱਚ ਹੀ ਸਭ ਤੋਂ ਨਵਾਂ ਐਂਟੀਵਾਇਰਸ ਸਿਸਟਮ ਫਿੱਟ ਕਰਦਾ। ਇਹ ਅਗਲੇ 3 ਸਾਲ ਤੱਕ ਕੋਈ ਸਮੱਸਿਆ ਨਹੀਂ ਦੇਣ ਲੱਗਿਆ। ਉਦੋਂ ਤੱਕ ਕੰਪਿਊਟਰ ਤੁਹਾਨੂੰ ਵੈਸੇ ਹੀ ਨਵਾਂ ਲੈਣਾ ਪੈਣਾ। ਰੰਧਾਵੇ ਨੂੰ ਇਹਨਾਂ ਗੱਲਾਂ ਦਾ ਖਾਸ ਪਤਾ ਨਹੀਂ ਸੀ। ਇੱਕ ਹੋਰ ਮੁੰਡਾ ਸੀ ਜਿਸ ਨੂੰ ਕੰਪਿਊਟਰ ਦੀ ਕੁਝ ਸਮਝ ਸੀ। ਉਸਨੇ ਗੱਲ ਸਮਝ ਕੇ ਟੋਨੀ ਦਾ ਧੰਨਵਾਦ ਕੀਤਾ। ਪੈਸੇ ਤਾਂ ਤੂੰ ਲੈਣੇ ਨਹੀਂ, ਚਾਹ ਦਾ ਕੱਪ ਜ਼ਰੂਰ ਪੀ ਕੇ ਜਾਈਂ। ਜੇ ਇੰਡੀਅਨ ਫੂਡ ਖਾ ਲੈਣਾ ਤੇ ਲੰਚ ਵੀ ਤਿਆਰ ਆ। ਰੰਧਾਵੇ ਦੀ ਆਵਾਜ਼ ਵਿੱਚ ਹੁਣ ਟੋਨੀ ਲਈ ਸਤਿਕਾਰ ਸੀ। ਉਹ ਚਾਹ ਪੀਣ ਬੈਠੇ। ਰੰਧਾਵਾ ਉਸਨੂੰ ਦੱਸ ਰਿਹਾ ਸੀ ਕਿ ਗੁਰਦੁਆਰੇ ਵਿੱਚ ਸਿਰ ਢੱਕ ਕੇ ਤੇ ਲੰਗਰ ਵਿੱਚ ਜੁੱਤੀ ਲਾ ਕੇ ਆਉਣਾ ਪੈਂਦਾ। ਇਹ ਗੁਰਦੁਆਰੇ ਦਾ ਨੇਮ ਹੈ। ਉਸਨੇ ਟੋਨੀ ਲਈ ਚਾਹ ਤੇ ਪਕੌੜੇ ਪਲੇਟ ਵਿੱਚ ਪਾ ਕੇ ਫੜਾ ਦਿੱਤੇ। ਉਹ ਲੰਗਰ ਵਿੱਚ ਕੁਰਸੀਆਂ ਮੱਲ ਕੇ ਬਹਿ ਗਏ। ਟੋਨੀ ਬॉय, ਸਾਨੂੰ ਤਾਂ ਇਸ ਨਵੀਂ ਤਕਨੀਕ ਦੀ ਜਾਣਕਾਰੀ ਘੱਟ ਹੀ ਹੈ। ਅਸੀਂ ਤਾਂ ਫੇਰ ਪੁਰਾਣੇ ਬੰਦੇ ਆ। ਫੇਰ ਵੀ ਬਿਜ਼ਨਸ ਵਿੱਚ ਕੰਪਿਊਟਰ ਬਿਨਾਂ ਸਰਦਾ ਨਹੀਂ ਤੇ ਤੇਰੇ ਵਰਗੇ ਬੰਦੇ ਦੀ ਲੋੜ ਵੀ ਪੈਂਦੀ ਰਹਿੰਦੀ ਹੈ। ਮਿਸਟਰ ਰੰਧਾਵਾ, ਮੈਂ ਕੰਮ ਗਾਰੰਟੀ ਨਾਲ ਕਰਦਾ। ਜੇ ਕਦੇ ਲੋੜ ਪਵੇ ਤਾਂ ਮੈਨੂੰ ਯਾਦ ਕਰ ਲਿਓ। ਵੈਸੇ ਬਹੁਤ ਸਾਰੇ ਬਿਜ਼ਨਸਮੈਨ ਕੰਪਿਊਟਰ ਅਪਗ੍ਰੇਡ ਨਹੀਂ ਕਰਦੇ। ਅੱਜ ਕੱਲ੍ਹ ਹੈਕਿੰਗ ਬਹੁਤ ਹੋਣ ਲੱਗ ਗਈ। ਕੰਪਿਊਟਰ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰਨਾ ਬਹੁਤ ਜ਼ਰੂਰੀ ਹੈ। ਟੋਨੀ ਨੇ ਚਾਹ ਦਾ ਘੁੱਟ ਭਰਿਆ ਤੇ ਥੋੜਾ ਅੱਗੇ ਨੂੰ ਝੁੱਕ ਕੇ ਰੰਧਾਵੇ ਦੇ ਨੇੜੇ ਹੋ ਕੇ ਬੋਲਿਆ, ਬਿਜ਼ਨਸ ਵਿੱਚ ਮਾੜੀ ਮੋਟੀ ਟੈਕਸ ਵੀ ਤਾਂ ਲਗਾਉਣਾ ਪੈਂਦਾ ਏ। ਜੇ VAT ਵਾਲੇ ਤੁਹਾਡੇ ਕੰਪਿਊਟਰ ਨੂੰ ਖੋਲ ਲੈਣ ਤਾਂ। ਟੋਨੀ ਨੇ ਚਾਹ ਦਾ ਕੱਪ ਚੁੱਕਿਆ ਤੇ ਰੰਧਾਵੇ ਦੇ ਚਿਹਰੇ ਨੂੰ ਘੋਖਣ ਲੱਗਿਆ। ਰੰਧਾਵਾ ਵੀ ਟੋਨੀ ਨੂੰ ਵੇਖ ਰਿਹਾ ਸੀ। ਉਹ ਸੋਚ ਰਿਹਾ ਸੀ ਟੋਨੀ ਦੀ ਗੱਲ ਕਿੰਨੀ ਸੱਚੀ ਸੀ, ਪਰ ਅਜੇ ਤੱਕ ਉਸਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਸੀ ਆਈ। ਤੇ ਸਮੱਸਿਆ ਨੇ ਕਿਹੜਾ ਪੁੱਛ ਕੇ ਆਉਣਾ ਸੀ। ਉਸਨੇ ਸਦਾ ਹੀ ਆਪਣੇ ਫੈਸਲੇ ਆਪ ਕੀਤੇ ਸਨ। ਦੂਜਿਆਂ ਨੂੰ ਸਿਰਫ ਉਹ ਆਪਣੇ ਫੈਸਲੇ ਦੱਸਦਾ ਸੀ। ਬੌਬ ਨੂੰ ਨਵੀਂ ਟੈਕਨੋਲੋਜੀ ਦਾ ਸਭ ਕੁਝ ਪਤਾ ਸੀ। ਰੰਧਾਵੇ ਨੇ ਉਸ ਨਾਲ ਗੱਲ ਕਰਨ ਦੀ ਲੋੜ ਨਾ ਸਮਝੀ। ਉਸਨੇ ਟੋਨੀ ਨੂੰ ਮੁਸਕਰਾਹਟ ਦਿੱਤੀ, ਤੂੰ ਫਿਰ ਸਾਡੇ ਕੋਲੋਂ ਚਾਰਜ ਕੀ ਕਰੇਗਾ? ਸਰ, ਕੰਮ ਵੇਖ ਕੇ ਦੱਸ ਸਕਦਾ। ਵੈਸੇ ਮੈਂ ਬਹੁਤਾ ਲਾਲਚੀ ਬੰਦਾ ਨਹੀਂ, ਤੁਸੀਂ ਫਿਕਰ ਨਾ ਕਰੋ। ਚੱਲ ਠੀਕ ਆ, ਫਿਰ ਮੰਡੇ ਆ ਜੀ। ਰੰਧਾਵੇ ਨੇ ਉਸਨੂੰ ਐਡਰੈਸ ਦੇ ਦਿੱਤਾ ਜਿਸ ਦਾ ਟੋਨੀ ਨੂੰ ਪਹਿਲਾਂ ਪਤਾ ਸੀ। ਟੋਨੀ ਆਪਣੇ ਆਪ ਤੇ ਵੀ ਹੈਰਾਨ ਸੀ। ਜਿੰਨਾ ਉਹ 3 ਕੁ ਮਹੀਨੇ ਵਿੱਚ ਬੋਲਦਾ ਸੀ ਉਨਾ ਤਾਂ ਰੰਧਾਵੇ ਨਾਲ ਘੰਟੇ 'ਚ ਹੀ ਬੋਲ ਚੁੱਕਿਆ ਸੀ। ਪੁਲਿਸ ਕਾਰ ਵਿੱਚ ਬੈਠਿਆਂ ਸ਼ੇਰੇ ਨੇ ਆਪਣੇ ਘਰ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਇੰਝ ਵੇਖਿਆ ਜਿਵੇਂ ਉਸਨੇ ਮੁੜ ਕੇ ਇਸ ਘਰ ਨੂੰ ਕਦੇ ਵੇਖਣਾ ਨਾ ਹੋਵੇ। ਉਸਨੂੰ ਪੁਲਿਸ ਨੇ ਘਰ ਵਿੱਚ ਹੀ 2 ਵਾਰੀ ਪੁੱਛਗਿੱਛ ਕੀਤੀ ਸੀ। ਉਸਦੀ ਕਹਾਣੀ ਪੁਲਿਸ ਨੂੰ ਜਚੀ ਨਹੀਂ ਸੀ। ਹੁਣ ਪੁਲਿਸ ਉਸਨੂੰ ਥਾਣੇ ਲੈ ਕੇ ਚੱਲੀ ਸੀ ਤੇ ਸ਼ੇਰੇ ਨੂੰ ਇਹ ਸਭ ਸ਼ਗਨ ਨਹੀਂ ਸੀ ਲੱਗਿਆ। ਪਿਛਲੇ ਦਿਨਾਂ ਵਿੱਚ ਲੋਕ ਅਫਸੋਸ ਕਰਨ ਆਏ। ਜੀਤਾਂ ਦਾ ਸੰਸਕਾਰ ਕਰਕੇ ਭੋਗ ਪਾ ਦਿੱਤਾ ਗਿਆ। ਸ਼ੇਰੇ ਨੇ ਆਪਣੇ ਆਪ ਨੂੰ ਵੱਧ ਤੋਂ ਵੱਧ ਤਰਸ ਦੇ ਪਾਤਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
ਲੋਕਾਂ ਨੇ ਗੱਲਾਂ ਪਿੱਠ ਪਿੱਛੇ ਕਰਨੀਆਂ ਹੀ ਹੁੰਦੀਆਂ, ਮੂੰਹ ਤੇ ਤਾਂ ਕੁਝ ਕਹਿਣਾ ਨਹੀਂ ਹੁੰਦਾ। ਸ਼ੇਰਾ ਆਪਣੇ ਆਪ ਵਿੱਚ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ ਕਿ ਲੋਕ ਜ਼ਰੂਰ ਕਹਿ ਰਹੇ ਹੋਣੇ ਕਿ ਉਸ ਤੋਂ ਆਪਦੀ ਜਨਾਨੀ ਸਾਂਭੀ ਨਹੀਂ ਗਈ। ਸਭ ਤੋਂ ਵੱਧ ਉਸਨੂੰ ਪ੍ਰੀਤੋ ਤੋਂ ਡਰ ਲੱਗਦਾ। ਉਹ ਰਾਜੂ ਦਾ ਤਾਂ ਪਹਿਲਾਂ ਤੋਂ ਵੀ ਵੱਧ ਮੋਹ ਕਰਦੀ ਸੀ, ਪਰ ਉਸਨੇ ਸ਼ੇਰੇ ਨਾਲ ਜ਼ਬਾਨ ਵੀ ਸਾਂਝੀ ਨਹੀਂ ਸੀ ਕੀਤੀ। ਉਹ ਸਾਫ਼ ਸੀ, ਉਹ ਉਸਨੂੰ ਗੁਨਾਹਗਾਰ ਸਮਝਦੀ ਸੀ। ਨਾਜਰ ਨੇ ਵੀ ਸਿਰ ਮਾਰਿਆ ਸੀ, ਪਰ ਖੁੱਲ੍ਹ ਕੇ ਕੁਝ ਨਹੀਂ ਕਿਹਾ ਸੀ। ਲੱਗਦਾ ਸੀ ਸੱਚ ਦੇ ਨੰਗਾ ਹੋਣ ਦਾ ਸਮਾਂ ਆ ਗਿਆ ਸੀ। ਪੁਲਿਸ ਦੀ ਕਾਰ ਤੁਰੀ ਤਾਂ ਇੱਕ ਵਾਰੀ ਫੇਰ ਉਸਨੇ ਬੰਦੇ ਨੂੰ ਆਪਣੀ ਕਲਪਨਾ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਦਾ ਦੇਖਿਆ। ਉਸਦੀ ਕਾਰ ਦੇ ਪਿੱਛੇ ਇੱਕ ਹੋਰ ਪੁਲਿਸ ਕਾਰ ਸੀ। ਪੁਲਿਸ ਦੀ ਕਾਰ ਤੁਰੀ ਤਾਂ ਇੱਕ ਵਾਰ ਫੇਰ ਉਸਨੇ ਉਸ ਬੰਦੇ ਨੂੰ ਆਪਣੀ ਕਲਪਨਾ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਦਿਆਂ ਦੇਖਿਆ। ਉਸਦੀ ਕਾਰ ਦੇ ਪਿੱਛੇ ਇੱਕ ਹੋਰ ਪੁਲਿਸ ਕਾਰ ਸੀ। ਪੁਲਿਸ ਨੇ ਉਸਨੂੰ ਫਰੰਟ ਰੂਮ ਵਿੱਚ ਪੁੱਛਗਿੱਛ ਕੀਤੀ ਸੀ। ਪੁਲਿਸ ਨੇ ਉਸਨੂੰ ਦੱਸਿਆ ਕਿ ਜਦੋਂ ਉਹ ਘਰੋਂ ਆਇਆ ਤੇ ਜੀਤਾਂ ਪੌੜੀਆਂ ਦੇ ਪੈਰਾਂ ਵਿੱਚ ਪਈ ਸੀ। ਉਹ ਸਿਹਤ ਠੀਕ ਨਾ ਹੋਣ ਕਰਕੇ ਰਾਤ ਦੀ ਸ਼ਿਫਟ ਤੋਂ ਛੁੱਟੀ ਲੈ ਕੇ 12:30 ਵਜੇ ਘਰ ਆ ਗਿਆ ਸੀ। ਆਪਣੇ ਘਰ ਤੋਂ ਥੋੜ੍ਹੀ ਦੂਰ ਤੇ ਹੀ ਜਦੋਂ ਘਰ ਵਿੱਚੋਂ ਉਸਨੇ ਇੱਕ ਬੰਦੇ ਨੂੰ ਨਿਕਲਦਾ ਵੇਖਿਆ ਤਾਂ ਉਹ ਉਸ ਬੰਦੇ ਦੇ ਪਿੱਛੇ ਭੱਜਿਆ, ਪਰ ਉਹ ਦੌੜ ਗਿਆ। ਜਦੋਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਉਸਨੇ ਜੀਤਾਂ ਨੂੰ ਜ਼ਖਮੀ ਹਾਲਤ ਵਿੱਚ ਵੇਖਿਆ ਤੇ ਐਂਬੂਲੈਂਸ ਨੂੰ ਫੋਨ ਕਰ ਦਿੱਤਾ। ਐਕਸੀਡੈਂਟ ਹੋਣ ਕਰਕੇ ਪੁਲਿਸ ਆਪਣੇ ਆਪ ਹੀ ਐਂਬੂਲੈਂਸ ਤੋਂ ਵੀ ਮਿੰਟ ਕੁ ਪਹਿਲਾਂ ਆ ਗਈ ਸੀ। ਉਦੋਂ ਦਰਵਾਜ਼ੇ ਦੇ ਬਾਹਰ ਖੜਾ ਪੁਲਿਸ ਦੀ ਕਾਰ ਨੂੰ ਵੇਖ ਕੇ ਹੱਥ ਦਾ ਇਸ਼ਾਰਾ ਕਰ ਰਿਹਾ ਸੀ। ਰਾਜੂ ਨੇ ਉਸ ਦਿਨ ਫੁੱਟਬਾਲ ਖੇਡਣਾ ਸੀ ਤੇ ਪੈਪ ਨਾਲ ਹੀ ਰਹਿਣਾ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ, ਇੰਝ ਆਮ ਹੀ ਹੋ ਜਾਂਦਾ ਸੀ। ਜੀਤਾਂ ਘਰ ਵਿੱਚ ਇਕੱਲੀ ਸੀ। ਉਸ ਬੰਦੇ ਦਾ ਨਾਂ ਤਾਂ ਸ਼ੇਰੇ ਨੂੰ ਨਹੀਂ ਸੀ ਪਤਾ, ਪਰ ਉਸਨੇ ਜੀਤਾਂ ਦੇ ਸਹਿਕਰਮੀ ਨੂੰ ਪਛਾਣ ਲਿਆ ਸੀ। ਪੁਲਿਸ ਨੂੰ ਬੇਨਤੀ ਕਰਕੇ ਉਸਨੇ ਨਾਜਰ ਨੂੰ ਸੱਦ ਲਿਆ। ਨਾਜਰ ਉਸਦੀ ਕੀ ਮਦਦ ਕਰ ਸਕਦਾ ਸੀ? ਉਹ ਤਾਂ ਖੁਦ ਸਦਮੇ ਦਾ ਸ਼ਿਕਾਰ ਸੀ। ਇੱਕ ਗੱਲ ਤਾਂ ਸਾਫ਼ ਸੀ ਕਿ ਜੀਤਾਂ ਦੇ ਉਸ ਬੰਦੇ ਨਾਲ ਨਜਾਇਜ਼ ਸੰਬੰਧ ਸਨ। ਦੂਜੀ ਗੱਲ, ਨਾਜਰ ਨੂੰ ਯਕੀਨ ਸੀ ਕਿ ਜੀਤਾਂ ਦਾ ਐਕਸੀਡੈਂਟ ਨਹੀਂ ਹੋਇਆ, ਸਗੋਂ ਕਤਲ ਕੀਤਾ ਗਿਆ ਸੀ। ਉਹ ਵੀ ਸ਼ੇਰੇ ਨੇ ਕੀਤਾ ਹੋ ਸਕਦਾ। ਸ਼ੇਰੇ ਦੇ ਬਿਆਨ ਕਿ ਉਸਦੇ ਅੰਦਰ ਆਉਣ ਤੋਂ ਪਹਿਲਾਂ ਜੀਤਾਂ ਪੌੜੀਆਂ ਹੇਠ ਡਿੱਗ ਪਈ ਸੀ, ਨਾਜਰ ਨੂੰ ਯਕੀਨ ਨਹੀਂ ਬਣਾਉਂਦੇ ਸੀ। ਪੁਲਿਸ ਉਸਦੇ ਬਿਆਨ ਤੇ ਯਕੀਨ ਕਰਦੀ ਹੈ ਜਾਂ ਨਹੀਂ, ਇਹ ਦੇਖਣਾ ਬਾਕੀ ਸੀ। ਨਾਜਰ ਨੂੰ ਪਤਾ ਸੀ ਕਿ ਪ੍ਰੀਤੋ ਨੇ ਉਸ ਤੇ ਯਕੀਨ ਨਹੀਂ ਕਰਨਾ। ਜਦੋਂ ਪੁਲਿਸ ਨੇ ਪੁੱਛਿਆ ਉਸਦੀ ਪਤਨੀ ਦਾ ਉਸ ਬੰਦੇ ਨੇ ਕਤਲ ਕਿਉਂ ਕੀਤਾ ਹੋਵੇਗਾ, ਤਾਂ ਸ਼ੇਰੇ ਨੇ ਮੋਢੇ ਛੰਡ ਦਿੱਤੇ। ਪੁਲਿਸ ਨੇ ਸੋਸ਼ਲ ਸਿਕਿਉਰਿਟੀ ਦੇ ਦਫ਼ਤਰ ਦੇ ਮੈਨੇਜਰ ਦਾ ਫੋਨ ਲੱਭ ਲਿਆ ਸੀ। ਉਸ ਕੋਲੋਂ ਉਸ ਬੰਦੇ ਦਾ ਪਤਾ ਮਿਲ ਗਿਆ। ਪੁਲਿਸ ਵਾਲੇ ਉਸ ਬੰਦੇ, ਜਿਸ ਦਾ ਨਾਮ ਅਸਲਮ ਪੱਟੀ ਸੀ, ਸਵੇਰ ਦੇ 3 ਵਜੇ ਦਫ਼ਤਰ ਲੈ ਆਏ। ਅਸਲਮ ਨੇ ਜੀਤਾਂ ਨਾਲ ਆਪਣੇ ਸਬੰਧਾਂ ਦੀ ਕਹਾਣੀ ਬਿਆਨ ਕਰ ਦਿੱਤੀ। ਉਸ ਅਨੁਸਾਰ ਉਹ ਜੀਤਾਂ ਨੂੰ ਮਿਲ ਕੇ ਬਾਹਰ ਨਿਕਲਿਆ ਤੇ ਉਸਨੇ ਖੁਦ ਹੀ ਦਰਵਾਜ਼ਾ ਬੰਦ ਕੀਤਾ ਸੀ। ਜੀਤਾਂ ਨੂੰ ਉੱਪਰ ਬੈੱਡਰੂਮ ਵਿੱਚ ਹੀ ਛੱਡ ਕੇ ਆਇਆ ਸੀ। ਉਸਨੇ ਮੋੜ ਤੇ ਸ਼ੇਰੇ ਨੂੰ ਆਉਂਦੇ ਵੇਖਿਆ ਤੇ ਸ਼ੇਰੇ ਨੇ ਉਸਨੂੰ ਲਲਕਾਰਾ ਮਾਰਿਆ। ਉਹ ਭੱਜ ਗਿਆ। ਉਸਨੂੰ ਜੀਤਾਂ ਦੀ ਕੁੱਟਮਾਰ ਹੋਣ ਦੀ ਤਾਂ ਉਮੀਦ ਸੀ, ਪਰ ਜੀਤਾਂ ਦਾ ਕਤਲ ਹੋ ਜਾਵੇਗਾ ਇਹ ਉਸਨੇ ਸੋਚਿਆ ਤੱਕ ਨਹੀਂ ਸੀ। ਨਹੀਂ ਤਾਂ ਉਹ ਪੁਲਿਸ ਨੂੰ ਇਤਲਾਹ ਕਰ ਦਿੰਦਾ ਤੇ ਸ਼ਾਇਦ ਜੀਤਾਂ ਦੀ ਜਾਨ ਬਚ ਜਾਂਦੀ। ਪੁਲਿਸ ਨੇ ਉਸਨੂੰ ਨਿੱਜੀ ਜ਼ਮਾਨਤ ਤੇ ਛੱਡ ਦਿੱਤਾ ਤੇ ਲੋੜ ਪੈਣ ਤੇ ਹਾਜ਼ਰ ਹੋਣ ਨੂੰ ਕਿਹਾ। ਪੁਲਿਸ ਨੇ ਅਸਲਮ ਤੇ ਜੀਤਾਂ ਨਾਲ ਕੰਮ ਕਰਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਅਸਲਮ ਵੱਲੋਂ ਜੀਤਾਂ ਦੇ ਕਤਲ ਦਾ ਕੋਈ ਕਾਰਨ ਨਹੀਂ ਸੀ ਲੱਗਦਾ। ਉਹ ਜੀਤਾਂ ਪ੍ਰਤੀ ਕਿੰਨਾ ਵਫਾਦਾਰ ਸੀ, ਇਸ ਦਾ ਕੋਈ ਪਤਾ ਨਹੀਂ ਸੀ ਹੋ ਸਕਦਾ ਉਹ ਜੀਤਾਂ ਨੂੰ ਵਰਤਦਾ ਹੀ ਹੋਵੇ। ਉਂਝ ਉਹ ਅਣਵਿਆਹਿਆ ਸੀ। ਪੁਲਿਸ ਦੀ ਸ਼ੱਕ ਸ਼ੇਰੇ ਤੇ ਸੀ। ਉਸਨੇ ਜੀਤਾਂ ਦੇ ਅਸਲਮ ਨਾਲ ਸੰਬੰਧਾਂ ਕਰਕੇ ਉਸਨੂੰ ਕਤਲ ਕੀਤਾ ਹੋ ਸਕਦਾ ਸੀ। ਪੁਲਿਸ ਨੇ ਸ਼ੇਰੇ ਨੂੰ ਜੀਤਾਂ ਦੀਆਂ ਆਖਰੀ ਰਸਮਾਂ ਨਿਭਾਉਣ ਲਈ ਛੁੱਟੀ ਦੇ ਰੱਖੀ ਸੀ। ਵੈਸੇ ਸ਼ੇਰੇ ਤੇ ਪੁਲਿਸ ਦੀ ਨਿਗਾਹ ਰੱਖੀ ਹੋਈ ਸੀ। ਭੋਗ ਤੋਂ ਅਗਲੇ ਦਿਨ ਪੁਲਿਸ ਨੇ ਫੇਰ ਸ਼ੇਰੇ ਨੂੰ ਆ ਘੇਰਿਆ। ਜਦੋਂ ਤੂੰ ਘਰ ਦੇ ਅੰਦਰ ਦਾਖਲ ਹੋਇਆ ਤਾਂ ਜੀਤਾਂ ਕਿੱਥੇ ਪਈ ਸੀ? ਸ਼ੇਰੇ ਨੇ ਪੌੜੀਆਂ ਕੋਲੇ ਜਾ ਕੇ ਦੱਸਿਆ ਤਾਂ ਜੀਤਾਂ ਦੇ ਸਿਰ ਦੀ ਦੱਸੀ ਦਿਸ਼ਾ ਦਾ ਉਸਦੇ ਪਹਿਲਾਂ ਦੇ ਬਿਆਨ ਨਾਲੋਂ ਫਰਕ ਸੀ। ਪੁਲਿਸ ਅਫਸਰ ਨੇ ਧਿਆਨ ਨਾਲ ਉਸ ਵੱਲ ਵੇਖਿਆ। ਸ਼ੇਰੇ ਵਿੱਚ ਉਸਨੂੰ ਸਵੈ ਵਿਸ਼ਵਾਸ ਦੀ ਘਾਟ ਮਹਿਸੂਸ ਹੋਈ। ਉਸਨੇ ਸ਼ੇਰੇ ਨੂੰ ਫੇਰ ਦੁਹਰਾ ਕੇ ਪੁੱਛਿਆ ਤਾਂ ਸ਼ੇਰੇ ਨੇ ਫੇਰ ਉਹੀ ਬਿਆਨ ਦੇ ਦਿੱਤਾ। ਇੰਝ ਹੀ ਕੁਝ ਹੋਰ ਬਿਆਨਾਂ ਵਿੱਚ ਤਬਦੀਲੀ ਸੀ। ਨਿੱਕੀਆਂ ਨਿੱਕੀਆਂ ਗੱਲਾਂ ਦਾ ਫਰਕ ਹੀ ਉਸਨੂੰ ਪੁਲਿਸ ਦੀ ਕਾਰ ਵਿੱਚ ਲੈ ਗਿਆ। ਪੁਲਿਸ ਸਟੇਸ਼ਨ ਜਾ ਕੇ ਤਾਂ ਜਾਂਚ ਦੌਰਾਨ ਸ਼ੇਰਾ ਉਲਝ ਗਿਆ। ਉਸਨੂੰ ਸੱਚ ਦੱਸਣ ਲਈ ਮਜਬੂਰ ਹੋਣਾ ਪਿਆ। ਵੈਸੇ ਸ਼ੇਰਾ ਸੋਚਦਾ ਸੀ ਜੇ ਇੰਡੀਆ ਹੁੰਦੇ ਪੁਲਿਸ ਨੇ ਪੁੱਠਾ ਟੰਗ ਦੇਣਾ ਸੀ। ਚਲੋ, ਕੁੱਟ ਤੋਂ ਤਾਂ ਬਚਾਅ ਹੋ ਗਿਆ। ਉਸਨੇ ਸਹੀ ਕਹਾਣੀ ਦੱਸ ਦਿੱਤੀ। ਅਸਲਮ ਦੌੜ ਗਿਆ ਤੇ ਸ਼ੇਰਾ ਪੂਰੇ ਗੁੱਸੇ ਵਿੱਚ ਸੀ। ਉਸਨੇ ਗਾਲਾਂ ਕੱਢਦੇ ਨੇ ਜੀਤੋ ਨੂੰ ਧੌਣੋਂ ਫੜਿਆ ਤੇ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜੀਤਾ ਚੀਕਣ ਲੱਗੀ ਤਾਂ ਸ਼ੇਰੇ ਨੇ ਉਸਦਾ ਮੂੰਹ ਹੱਥ ਨਾਲ ਬੰਦ ਕਰ ਦਿੱਤਾ। ਮੂੰਹ ਬੰਦ ਕਰਦੇ ਸਮੇਂ ਹੀ ਉਸਨੇ ਉਸਦੀ ਧੌਣ ਨੂੰ ਮਰੋੜਾ ਦੇ ਦਿੱਤਾ। ਮੁੜ ਕੇ ਉਸਨੂੰ ਪੌੜੀਆਂ ਤੇ ਆਪਣੇ ਸਹਾਰੇ ਖੜੀ ਕਰਕੇ ਧੱਕਾ ਦੇ ਦਿੱਤਾ ਤੇ ਐਂਬੂਲੈਂਸ ਨੂੰ ਫੋਨ ਕਰ ਦਿੱਤਾ। ਇਹ ਸਭ ਕੁਝ ਬਹੁਤ ਜਲਦੀ ਨਾਲ ਵਾਪਰਿਆ। ਜਦੋਂ ਪੁਲਿਸ ਆਈ ਤਾਂ ਉਸਨੂੰ ਫਰੰਟ ਰੂਮ ਵਿੱਚ ਲੈ ਗਈ। ਸਰਸਰੀ ਜਿਹੀ ਨਜ਼ਰ ਨਾਲ ਉਸਨੇ ਜੀਤਾਂ ਦੇ ਸਰੀਰ ਨੂੰ ਪੌੜੀਆਂ ਦੇ ਪੈਰਾਂ ਵਿੱਚ ਪਈ ਨੂੰ ਵੇਖਿਆ ਸੀ। ਹੁਣ ਜਦੋਂ ਉਹ ਯਾਦ ਕਰਦਾ ਤਾਂ ਉਸਨੂੰ ਪੱਕੀ ਤਰ੍ਹਾਂ ਯਾਦ ਨਾ ਆਉਂਦਾ। ਲੱਗੀਆਂ ਸੱਟਾਂ ਵਿੱਚ ਵੀ ਮੈਡੀਕਲ ਰਿਪੋਰਟ ਅਨੁਸਾਰ ਪੌੜੀਆਂ ਤੋਂ ਡਿੱਗਣ ਕਾਰਨ ਲੱਗੀਆਂ ਸੱਟਾਂ ਤੋਂ ਵੱਖਰੀਆਂ ਸੱਟਾਂ ਵੀ ਸਨ। ਐਂਬੂਲੈਂਸ ਆਈ ਤਾਂ ਉਹਨਾਂ ਨੇ ਜੀਤਾਂ ਦੀ ਮੌਤ ਘੋਸ਼ਿਤ ਕਰ ਦਿੱਤੀ। ਪੁਲਿਸ ਨੇ ਫੋਟੋਆਂ ਖਿੱਚ ਲਈਆਂ ਤੇ ਮੁੱਢਲੀ ਕਾਰਵਾਈ ਕਰ ਲਈ ਸੀ। ਇਸ ਸਮੇਂ ਵੀ ਸ਼ੇਰਾ ਆਪਣਾ ਗੁੱਸਾ ਠੰਡਾ ਕਰਨ ਦਾ ਯਤਨ ਕਰ ਰਿਹਾ ਸੀ।
ਉਸਨੇ ਆਪਣੇ ਆਪ ਨੂੰ ਬਹੁਤ ਅਫਸੋਸ ਤੇ ਬੇਬਸੀ ਦੀ ਹਾਲਤ ਵਿੱਚ ਪੇਸ਼ ਕਰਨ ਦਾ ਯਤਨ ਕੀਤਾ। ਪੁਲਿਸ ਨੇ ਉਸਨੂੰ ਕਤਲ ਦੇ ਕੇਸ ਵਿੱਚ ਚਾਰਜ ਕਰ ਲਿਆ ਸੀ। ਮੌਕੇ ਦਾ ਗਵਾਹ ਤਾਂ ਕੋਈ ਹੈ ਨਹੀਂ। ਅਸਲਮ ਦੀ ਗਵਾਹੀ ਸੀ ਜੋ ਸਾਬਤ ਕਰਦੀ ਸੀ ਕਿ ਜਦੋਂ ਉਹ ਜੀਤਾ ਕੋਲ ਆਇਆ ਤੇ ਉਹ ਜਿਉਂਦੀ ਸੀ। ਉਸ ਤੋਂ 2 ਮਿੰਟਾਂ ਬਾਅਦ ਹੀ ਸ਼ੇਰਾ ਘਰ ਵਿੱਚ ਦਾਖਲ ਹੋਇਆ। ਜੀਤਾ ਦੀ ਮੌਤ ਪੌੜੀਆਂ ਤੋਂ ਡਿੱਗ ਕੇ ਹੋਈ ਕਹੀ ਗਈ ਸੀ। ਹੁਣ ਸਵਾਲ ਸੀ ਕਿ ਜੀਤਾ ਨੂੰ ਪੌੜੀਆਂ ਤੋਂ ਕਿਸ ਨੇ ਸੁੱਟਿਆ, ਅਸਲਮ ਨੇ ਜਾਂ ਸ਼ੇਰੇ ਨੇ। ਪੁਲਿਸ ਨੇ ਆਪਣੀ ਰਿਪੋਰਟ ਵਿੱਚ ਸ਼ੇਰੇ ਨੂੰ ਦੋਸ਼ੀ ਨਾਮਜ਼ਦ ਕੀਤਾ ਸੀ। ਸਭ ਨੂੰ ਪਤਾ ਸੀ ਅਦਾਲਤ ਵਿੱਚ ਜਾ ਕੇ ਵਕੀਲ ਕੇਸ ਵਿੱਚ ਕਿੰਨੇ ਨੁਕਤੇ ਕੱਢ ਲੈਂਦੇ ਹਨ। ਦੋਸ਼ੀ ਦਾ ਦੋਸ਼ ਅਦਾਲਤ ਵਿੱਚ ਸਾਬਤ ਹੋਵੇ ਜਾਂ ਨਾ, ਉਸ ਤੋਂ ਪਹਿਲਾਂ ਹੀ ਉਹ ਖੁਦ ਆਪਣੀਆਂ ਨਜ਼ਰਾਂ ਵਿੱਚ ਦੋਸ਼ੀ ਤਾਂ ਹੁੰਦਾ ਹੀ ਹੈ। ਉਸ ਲਈ ਕਿਸੇ ਸਬੂਤ ਦੀ ਲੋੜ ਨਹੀਂ। ਉਸ ਨੂੰ ਖੁਦ ਨੂੰ ਪਤਾ ਹੁੰਦਾ ਹੈ ਸੱਚ ਨੂੰ ਲੁਕਾਉਣ ਲਈ ਉਹ ਹੋਰ ਝੂਠ ਪੈਦਾ ਕਰਦਾ ਹੈ, ਪਰ ਆਪਣੇ ਆਪ ਕੋਲੋਂ ਫਿਰ ਵੀ ਲੁਕਾ ਨਹੀਂ ਸਕਦਾ। ਫਿਰ ਉਸ ਨੂੰ ਕੁਝ ਲੋਕ ਦੋਸ਼ੀ ਮੰਨਦੇ ਹਨ ਜਿਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਅਸਲ ਦੋਸ਼ੀ ਉਹੀ ਹੈ। ਉਹ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਕਰ ਸਕਦਾ। ਸ਼ੇਰੇ ਨੂੰ ਹੋਰ ਲੋਕਾਂ ਦੀ ਪਰਵਾਹ ਨਹੀਂ ਸੀ, ਪ੍ਰੀਤੋ ਦੀ ਪਰਵਾਹ ਸੀ। ਉਸਨੇ ਸਦਾ ਹੀ ਰਾਜੂ ਨੂੰ ਮਾਂ ਦਾ ਪਿਆਰ ਦਿੱਤਾ ਸੀ। ਹੁਣ ਵੀ ਰਾਜੂ ਨੂੰ ਉਸਨੇ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ। ਹੁਣ ਤਾਂ ਰਾਜੂ ਉਸਦਾ ਤੀਜਾ ਬੱਚਾ ਹੀ ਸੀ। ਸ਼ੇਰਾ ਇਸ ਲਈ ਉਸਦਾ ਦੇਣਦਾਰ ਵੀ ਸੀ। ਜੇ ਪ੍ਰੀਤੋ ਨਾ ਹੁੰਦੀ ਤਾਂ ਰਾਜੂ ਦਾ ਕੀ ਬਣਦਾ। ਉਹ ਚਾਹ ਕੇ ਵੀ ਪ੍ਰੀਤੋ ਅੱਗੇ ਝੂਠ ਨਹੀਂ ਸੀ ਬੋਲ ਸਕਦਾ, ਪਰ ਉਸਨੂੰ ਪਤਾ ਸੀ ਕਿ ਪ੍ਰੀਤੋ ਨੇ ਕਦੇ ਉਸਨੂੰ ਸਵਾਲ ਵੀ ਨਹੀਂ ਕਰਨਾ। ਇਹ ਹੋਰ ਵੀ ਦੁੱਖਦਾਈ ਸੀ। ਪ੍ਰੀਤੋ ਤੋਂ ਮਾਫ਼ੀ ਮੰਗਣ ਦਾ ਵੀ ਉਸਨੂੰ ਮੌਕਾ ਨਹੀਂ ਸੀ ਮਿਲਣਾ। ਸੋਚਾਂ ਤੋਂ ਖਹਿੜਾ ਛਡਾਉਣ ਲਈ ਉਸਨੇ ਸਿਰ ਝਟਕਿਆ। ਸ਼ੇਰਾ ਜੇਲ੍ਹ ਵਿੱਚ ਸੀ ਤੇ ਆਪਣੇ ਵਕੀਲ ਨੂੰ ਅਗਲੀ ਤਰੀਕ ਤੇ ਜ਼ਮਾਨਤ ਕਰਾਉਣ ਲਈ ਜ਼ੋਰ ਪਾ ਰਿਹਾ ਸੀ। ਉਸਦਾ ਤਰਕ ਸੀ ਕਿ ਉਹ ਬਿਨਾਂ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਹੋਰ ਨਹੀਂ। ਮਜਬੂਰਨ ਉਸਨੂੰ ਕਿਸੇ ਦੋਸਤ ਦੇ ਘਰ ਵਿੱਚ ਛੱਡਿਆ ਗਿਆ ਸੀ। ਵਕੀਲ ਨੂੰ ਵੀ ਬਹੁਤ ਉਮੀਦ ਸੀ ਕਿ ਅਜਿਹੀ ਹਾਲਤ ਵਿੱਚ ਜ਼ਮਾਨਤ ਹੋ ਜਾਵੇਗੀ। ਤਰੀਕ ਵਾਲੇ ਦਿਨ ਦਰਸ਼ਕ ਗੈਲਰੀ ਵਿੱਚ ਨਾਜਰ ਤੇ ਮਾਸਟਰ ਵੀ ਬੈਠੇ ਸਨ। ਜੱਜ ਦੇ ਪੈਨਲ ਦੇ ਸਾਹਮਣੇ ਇੱਕ ਪਾਸੇ ਸ਼ੇਰਾ ਤੇ ਉਸਦਾ ਵਕੀਲ ਤੇ ਬੈਰਿਸਟਰ ਬੈਠੇ ਸਨ, ਦੂਜੇ ਪਾਸੇ ਸਰਕਾਰੀ ਵਕੀਲ ਤੇ ਬੈਰਿਸਟਰ। ਅੱਜ ਦੀ ਤਰੀਕ ਵਿੱਚ ਉਸਦੀ ਜ਼ਮਾਨਤ ਬਾਰੇ ਫੈਸਲਾ ਹੋਣਾ ਸੀ। ਮੁਕੱਦਮੇ ਦੀ ਤਰੀਕ ਮਿਲਣੀ ਸੀ ਤੇ ਅਦਾਲਤ ਨੇ ਉਸ ਸਮੇਂ ਤੱਕ ਆਮ ਜਨਤਾ ਵਿੱਚੋਂ ਜਿਊਰੀ ਚੁਣਨੀ ਸੀ। ਸ਼ੇਰੇ ਨੇ ਨਾਜਰ ਤੇ ਮਾਸਟਰ ਵੱਲ ਵੇਖਿਆ। ਰਾਜੂ ਨੂੰ ਨਾਲ ਲਿਆਉਣ ਦੀ ਉਸਨੇ ਨਾਂਹ ਕਰ ਦਿੱਤੀ ਸੀ। ਵੈਸੇ ਵੀ ਅਦਾਲਤ ਵਿੱਚ ਬੱਚੇ ਨੂੰ ਲਿਆਉਣਾ ਮਨ੍ਹਾ ਸੀ। ਉਹਨਾਂ ਨੂੰ ਇੱਕ ਮਰੀਅਲ ਜੀ ਮੁਸਕਰਾਹਟ ਦਿੱਤੀ। ਉਹਨਾਂ ਨੇ ਵੀ ਜਵਾਬੀ ਮੁਸਕਰਾਹਟ ਦੇ ਦਿੱਤੀ। ਜੱਜ ਨੇ ਬਚਾਓ ਪੱਖ ਦੇ ਵਕੀਲ ਜਾਣੀ ਸ਼ੇਰੇ ਦੇ ਵਕੀਲ ਨੂੰ ਆਪਣੀ ਦਲੀਲ ਰੱਖਣ ਲਈ ਕਿਹਾ। ਸਰਕਾਰੀ ਵਕੀਲ ਨੇ ਨੋਟ ਬਣਾਉਣ ਲਈ ਆਪਣੀ ਨੋਟਬੁੱਕ ਖੋਲ੍ਹ ਲਈ ਤੇ ਬੈਰਿਸਟਰ ਵੀ ਆਪਣੇ ਜ਼ਰੂਰੀ ਨੋਟ ਲੈਣ ਦੀ ਤਿਆਰੀ ਕਰ ਰਿਹਾ ਸੀ। ਬਚਾਓ ਪੱਖ ਦਾ ਵਕੀਲ ਬੈਰਿਸਟਰ ਨੂੰ ਲੋੜੀਂਦੇ ਕਾਗਜ਼ ਅਤੇ ਨੋਟਿਸ ਲੋੜ ਪੈਣ ਤੇ ਪੇਸ਼ ਕਰ ਰਿਹਾ ਸੀ। ਇਸ ਦੁਰਘਟਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਉਹ ਬੱਚਾ ਹੋਇਆ ਹੈ ਜੋ ਪਹਿਲਾਂ ਮਾਂ ਤੇ ਫਿਰ ਮਾਂ ਵਰਗੀ ਮਾਸੀ ਤੋਂ ਬਿਨਾਂ ਰਹਿਣ ਲਈ ਮਜਬੂਰ ਹੋ ਗਿਆ। ਉਹ ਦੋਵੇਂ ਇਸ ਸੰਸਾਰ ਵਿੱਚ ਨਹੀਂ ਰਹੀਆਂ, ਪਰ ਉਸਦਾ ਪਿਓ ਜਿਸ ਤੇ ਉਸ ਬੱਚੇ ਦੀ ਮਾਸੀ ਦੇ ਕਤਲ ਦਾ ਦੋਸ਼ ਹੈ, ਉਸਨੂੰ ਵੀ ਬੱਚੇ ਤੋਂ ਦੂਰ ਰਹਿਣ ਲਈ ਮਜਬੂਰ ਹੋਣਾ ਪਿਆ। ਬੱਚੇ ਦੇ ਜੀਵਨ ਵਿੱਚ ਮਾਂ-ਪਿਓ ਦੀ ਮਹੱਤਤਾ ਦਾ ਸਭ ਨੂੰ ਪਤਾ ਹੈ। ਕੋਰਟ ਕੇਸ ਦੀ ਤਰੀਕ ਤੱਕ ਪਿਓ ਨੂੰ ਬੱਚੇ ਦੀ ਦੇਖਭਾਲ ਕਰਨ ਲਈ ਜ਼ਮਾਨਤ ਦਿੱਤੀ ਜਾਵੇ। ਉਸ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਤੇ ਨਾ ਹੀ ਉਸਦੇ ਭਗੌੜਾ ਹੋਣ ਦਾ ਡਰ ਹੈ। ਉਸਦਾ ਪਾਸਪੋਰਟ ਜ਼ਬਤ ਕਰ ਲਿਆ ਜਾਵੇ। ਬੈਰਿਸਟਰ ਨੇ ਆਪਣੀ ਦਲੀਲ ਦਿੱਤੀ ਤੇ ਧੰਨਵਾਦ ਕਰਕੇ ਬਹਿ ਗਿਆ। ਸਰਕਾਰੀ ਪੱਖ ਦਾ ਬੈਰਿਸਟਰ ਉੱਠਿਆ ਤੇ ਆਪਣਾ ਨੋਟਿਸ ਅੱਗੇ ਕੀਤਾ। ਉਸਨੇ ਜੱਜਾਂ ਦੇ ਪੈਨਲ ਵੱਲ ਵੇਖਦਿਆਂ ਮਾੜਾ ਜਿਹਾ ਸਿਰ ਖੁਰਕਿਆ ਤੇ ਫਿਰ ਸਿੱਧਾ ਹੋ ਕੇ ਖੜ ਗਿਆ। ਆਪਣੇ ਹੱਥ ਵਿੱਚ ਫੜੇ ਪੈਨ ਨੂੰ ਉਂਗਲਾਂ ਵਿੱਚ ਘੁਮਾਉਂਦਾ ਬੋਲਣ ਲੱਗਿਆ, ਯੋਰ ਆਨਰ, ਬੱਚੇ ਦੇ ਜੀਵਨ ਵਿੱਚ ਮਾਂ-ਪਿਓ ਦੀ ਭੂਮਿਕਾ ਮੁੱਖ ਹੁੰਦੀ ਹੈ ਤੇ ਬੱਚੇ ਨੂੰ ਉਸਦੇ ਮਾਪਿਆਂ ਤੋਂ ਵੱਖ ਨਹੀਂ ਕਰਨਾ ਚਾਹੀਦਾ। ਪਰ ਕਦੇ ਹਾਲਾਤ ਅਜਿਹੇ ਵੀ ਬਣ ਜਾਂਦੇ ਹਨ ਜਦ ਬੱਚੇ ਨੂੰ ਮਾਪਿਆਂ ਤੋਂ ਦੂਰ ਕਰਨਾ ਜ਼ਰੂਰੀ ਹੋ ਜਾਂਦਾ। ਇਸ ਕੇਸ ਵਿੱਚ ਵੀ ਅਜਿਹੀ ਸਥਿਤੀ ਹੈ। ਮਾਸੀ ਦੁਨੀਆ ਤੇ ਰਹੀ ਨਹੀਂ। ਪਿਓ ਉਸਦੇ ਕਤਲ ਵਿੱਚ ਜ਼ਿੰਮੇਵਾਰ ਮੰਨਿਆ ਗਿਆ ਹੈ, ਜਿਸ ਦਾ ਅਦਾਲਤ ਨੇ ਆਉਣ ਵਾਲੇ ਸਮੇਂ ਵਿੱਚ ਫੈਸਲਾ ਕਰਨਾ ਹੈ। ਪਰ ਪਿਓ ਤੇ ਬੱਚੇ ਦੀ ਮਾਸੀ ਦੇ ਕਤਲ ਦਾ ਦੋਸ਼ ਹੋਵੇ ਤੇ ਉਸ ਪਿਓ ਨੂੰ ਉਸ ਬੱਚੇ ਦੀ ਦੇਖਭਾਲ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਬੱਚੇ ਦੇ ਮਾਸੂਮ ਮਨ ਤੇ ਬੁਰੇ ਪ੍ਰਭਾਵ ਪੈਣ ਦਾ ਖਦਸ਼ਾ ਹੁੰਦਾ ਹੈ। ਅਜੇ ਬੱਚੇ ਨੂੰ ਜਾਂ ਕਿਸੇ ਹੋਰ ਨੂੰ ਉਸਦੇ ਨਿਰਦੋਸ਼ ਹੋਣ ਦਾ ਪਤਾ ਨਹੀਂ। ਬੱਚਾ ਜ਼ਰੂਰ ਬਹੁਤ ਸਾਰੇ ਸਵਾਲ ਪੁੱਛੇਗਾ ਜਾਂ ਸੋਚੇਗਾ, ਹੋ ਸਕਦਾ ਡਰਦਾ ਪੁੱਛੇ ਵੀ ਨਾ। ਇਹ ਉਸ ਮਾਸੂਮ ਲਈ ਮਾਨਸਿਕ ਸਜ਼ਾ ਹੋਵੇਗੀ। ਦੂਜੀ ਗੱਲ, ਬੱਚਾ ਜਿਸ ਪਰਿਵਾਰ ਵਿੱਚ ਰਹਿ ਰਿਹਾ ਹੈ ਉਹ ਉਸ ਪਰਿਵਾਰ ਵਿੱਚ ਰਚਿਆ ਮਿਚਿਆ ਹੈ, ਖੁਸ਼ ਹੈ। ਉਸ ਕੋਲ ਬੱਚਿਆਂ ਦਾ ਸਾਥ ਹੈ। ਸੋਸ਼ਲ ਵਰਕਰਾਂ ਦੀ ਰਿਪੋਰਟ ਅਨੁਸਾਰ ਉਹ ਪਰਿਵਾਰ ਉਸਦੀ ਬਹੁਤ ਚੰਗੀ ਦੇਖਭਾਲ ਕਰ ਰਿਹਾ ਹੈ। ਉਸ ਪਰਿਵਾਰ ਵਿੱਚੋਂ ਵਾਪਸ ਪਿਓ ਕੋਲੋਂ ਲਿਆਉਣਾ ਤੇ ਜੇ ਉਹ ਦੋਸ਼ੀ ਸਾਬਤ ਹੁੰਦਾ ਹੈ ਤੇ ਫਿਰ ਉਸ ਬੱਚੇ ਲਈ ਕਿਸੇ ਪਾਲਕ ਪਰਿਵਾਰ ਦਾ ਪ੍ਰਬੰਧ ਕਰਨਾ ਪਵੇਗਾ। ਇੰਜ ਬੱਚੇ ਦੀ ਭਲਾਈ ਦਾ ਨੁਕਸਾਨ ਹੋਵੇਗਾ। ਚਾਹੀਦਾ ਤਾਂ ਇਹ ਹੈ ਕਿ ਬੱਚੇ ਨੂੰ ਉਸ ਖੁਸ਼ ਮਾਹੌਲ ਵਿੱਚ ਰਹਿਣ ਦਿੱਤਾ ਜਾਵੇ ਤੇ ਪਰਿਵਾਰ ਨੂੰ ਸਰਕਾਰ ਮਾਲੀ ਮਦਦ ਦੇਵੇ। ਵਕੀਲ ਨੇ ਸੋਸ਼ਲ ਵਰਕਰਾਂ ਦੀ ਰਿਪੋਰਟ ਜੱਜ ਨੂੰ ਫੜਾ ਦਿੱਤੀ। ਜੱਜ ਉੱਠ ਕੇ ਕੋਰਟ ਨਾਲ ਬਣੇ ਆਪਣੇ ਦਫ਼ਤਰ ਵਿੱਚ ਚਲੇ ਗਏ ਤੇ ਅੱਧੇ ਘੰਟੇ ਬਾਅਦ ਵਾਪਸ ਆਉਣ ਲਈ ਕਿਹਾ। ਸ਼ੇਰੇ ਨੂੰ ਪੁਲਿਸ ਕੋਰਟ ਦੇ ਅੰਦਰ ਹੀ ਬਣੇ ਰਾਹ ਰਾਹੀਂ ਜੁੜਵੀਂ ਹਵਾਲਾਤ ਵਿੱਚ ਲੈ ਗਏ। ਅੱਧੇ ਘੰਟੇ ਬਾਅਦ ਜੱਜ ਆਏ
ਤੇ ਵੱਡੇ ਜੱਜ ਨੇ ਫੈਸਲਾ ਸੁਣਾ ਦਿੱਤਾ। ਸ਼ੇਰੇ ਦੀ ਜ਼ਮਾਨਤ ਨਾ ਮਨਜ਼ੂਰ ਕਰ ਦਿੱਤੀ। ਉਸਨੇ ਉਸਦੇ ਕਾਰਨਾਂ ਦਾ ਵਿਸਥਾਰ ਵੀ ਦਿੱਤਾ ਜਿਹੜੇ ਸਰਕਾਰੀ ਵਕੀਲ ਦੀ ਦਲੀਲ ਦੀ ਪ੍ਰੋੜਤਾ ਕਰਦੇ ਸਨ। ਸ਼ੇਰੇ ਨੇ ਸਿਰ ਹੱਥਾਂ ਵਿੱਚ ਲੈ ਲਿਆ, ਪਰ ਪੁਲਿਸ ਵਾਲੇ ਜਲਦੀ ਨਾਲ ਉਸਨੂੰ ਪਹਿਲਾਂ ਵਾਂਗ ਹੀ ਅੰਦਰ ਵਾਪਸ ਲੈ ਗਏ। ਅਦਾਲਤ ਵਿੱਚ ਸ਼ੇਰੇ ਦੇ ਕੇਸ ਦੀ ਤਰੀਕ ਨਿਸ਼ਚਿਤ ਹੋ ਗਈ। ਅਦਾਲਤ ਨੇ ਪਹਿਲਾਂ ਇੱਕ ਜਿਊਰੀ ਬਣਾਉਣੀ ਸੀ ਜਿਸ ਦੀ ਆਮ ਲੋਕਾਂ ਵਿੱਚੋਂ ਚੋਣ ਹੁੰਦੀ ਹੈ। ਅਦਾਲਤ ਨੇ ਜਿਨ੍ਹਾਂ ਆਮ ਲੋਕਾਂ ਨੂੰ ਚਿੱਠੀਆਂ ਪਾ ਕੇ ਜਿਊਰੀ ਸਰਵਿਸ ਲਈ ਸੱਦ ਲੈਂਦੀ ਹੈ, ਉਹ ਆਪਣੇ ਕੰਮ ਤੋਂ ਛੁੱਟੀ ਲੈ ਕੇ ਉਨੇ ਦਿਨਾਂ ਦੇ ਪੈਸੇ ਅਦਾਲਤ ਤੋਂ ਵਸੂਲ ਕਰ ਸਕਦੇ ਹਨ। ਜੇ ਕੋਈ ਮੈਂਬਰ ਕੇਸ ਵਿੱਚ ਸ਼ਾਮਲ ਕਿਸੇ ਵੀ ਧਿਰ ਨੂੰ ਜਾਣਦਾ ਹੋਵੇ ਤਾਂ ਉਹ ਜਿਊਰੀ ਵਿੱਚ ਨਹੀਂ ਬਹਿ ਸਕਦਾ। ਸ਼ੇਰੇ ਦੇ ਕੇਸ ਵਿੱਚ ਜਿਊਰੀ ਬਣਾ ਲਈ ਸੀ। ਜੱਜ ਨੇ ਪਹਿਲੇ ਦਿਨ ਜਿਊਰੀ ਨੂੰ ਸੰਬੋਧਨ ਕੀਤਾ ਤੇ ਜਿਊਰੀ ਦੀਆਂ ਜ਼ਿੰਮੇਵਾਰੀਆਂ ਤੇ ਕਾਨੂੰਨ ਦੀ ਇਮਾਨਦਾਰੀ ਨਾਲ ਰਾਖੀ ਕਰਦਿਆਂ ਬਿਨਾਂ ਕਿਸੇ ਭੇਦਭਾਵ ਜਾਂ ਕਿਸੇ ਵੀ ਪ੍ਰਭਾਵ ਤੋਂ ਆਪਣੀ ਰਾਏ ਦੇਣ ਲਈ ਮਾਨਸਿਕ ਤੌਰ ਤੇ ਤਿਆਰ ਕਰਨ ਦਾ ਯਤਨ ਕੀਤਾ। ਜੱਜ ਨੇ ਕਿਹਾ ਕਿ ਬਹੁਤ ਵਾਰੀ ਸਬੂਤ ਅਪਰਾਧੀ ਦੇ ਹੱਕ 'ਚ ਜਾਂ ਵਿਰੋਧ 'ਚ ਹੁੰਦੇ ਹਨ। ਇਸ ਵਿਚਕਾਰ ਇੱਕ ਬਹੁਤ ਬਰੀਕ ਰੇਖਾ ਹੁੰਦੀ ਹੈ। ਸਭ ਤੋਂ ਪਹਿਲਾਂ ਫਰਜ਼ ਤਾਂ ਅਪਰਾਧੀ ਨੂੰ ਸਜ਼ਾ ਦੇਣ ਦਾ ਹੈ, ਪਰ ਜੇ ਸਬੂਤ ਸਪਸ਼ਟ ਨਾ ਹੋਣ ਤਾਂ ਬੇਗੁਨਾਹ ਨੂੰ ਅਪਰਾਧੀ ਕਹਿਣ ਦੀ ਥਾਂ ਸ਼ੱਕ ਦਾ ਫਾਇਦਾ ਦੇ ਕੇ ਬੇਗੁਨਾਹ ਹੀ ਮੰਨਣਾ ਚਾਹੀਦਾ ਹੈ। ਸਾਡਾ ਕਾਨੂੰਨ ਬੇਗੁਨਾਹ ਨੂੰ ਸਜ਼ਾ ਨਹੀਂ ਦੇ ਸਕਦਾ। ਜਿਊਰੀ ਦਾ ਫੈਸਲਾ ਸਰਬਸੰਮਤੀ ਨਾਲ ਹੋਵੇ ਤਾਂ ਉਸ ਲਈ ਵੱਧ ਸਮਾਂ ਵੀ ਲੱਗ ਜਾਵੇ ਤਾਂ ਕੋਈ ਫਿਕਰ ਨਹੀਂ। 11 ਮੈਂਬਰਾਂ ਦੀ ਜਿਊਰੀ ਵਿੱਚੋਂ ਕਿਸੇ ਖਾਸ ਹਾਲਤ ਵਿੱਚ 9-2 ਦਾ ਅਨੁਪਾਤ ਹੋਵੇ ਤਾਂ ਜੱਜ ਬਹੁਸੰਮਤੀ ਦੇ ਫੈਸਲੇ ਨੂੰ ਵੀ ਮੰਨ ਸਕਦਾ ਹੈ, ਨਹੀਂ ਤਾਂ ਕੇਸ ਦੁਬਾਰਾ ਸ਼ੁਰੂ ਕਰਨਾ ਪੈਂਦਾ। ਕੇਸ ਸ਼ੁਰੂ ਹੋਇਆ ਤਾਂ ਪਹਿਲਾਂ ਪ੍ਰੋਸੀਕਿਊਟਰ ਨੇ ਦੱਸਿਆ ਨੇ ਕੇਸ ਰੱਖਿਆ ਤੇ ਫਿਰ ਬਚਾਅ ਦੇ ਪੱਖ ਨੇ ਵਕੀਲਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ। ਮੌਕੇ ਦਾ ਗਵਾਹ ਤਾਂ ਕੋਈ ਨਹੀਂ ਸੀ, ਪਰ ਪੋਸਟਮਾਰਟਮ ਦੀ ਰਿਪੋਰਟ, ਡਾਕਟਰ ਦੀ ਰਿਪੋਰਟ, ਪੁਲਿਸ ਅਫਸਰਾਂ ਦੇ ਬਿਆਨ ਤੇ ਦੋਵੇਂ ਪੱਖਾਂ ਦੇ ਵਕੀਲਾਂ ਦੇ ਸਵਾਲ ਜਵਾਬ। ਜਦ ਅਸਲਮ ਗਵਾਹੀ ਦੇ ਰਿਹਾ ਸੀ ਤਾਂ ਆਪਣੇ ਵਕੀਲਾਂ ਨਾਲ ਕੁਰਸੀ ਤੇ ਬੈਠਾ ਸ਼ੇਰਾ ਖਚੀਚੀਆਂ ਲੈ ਰਿਹਾ ਸੀ। ਜੇ ਉਸਦਾ ਵੱਸ ਚੱਲਦਾ ਤਾਂ ਉਹ ਉਸਨੂੰ ਵੀ ਨਾਲ ਹੀ ਖਤਮ ਕਰ ਦਿੱਤਾ। ਅਸਲਮ ਵੀ ਡਰਿਆ ਜਾਂ ਕਟਹਿਰੇ ਵਿੱਚ ਖੜਾ ਬੋਲ ਰਿਹਾ ਸੀ। ਕਦੇ-ਕਦੇ ਉਸਦੀ ਜ਼ੁਬਾਨ ਕੰਬ ਜਾਂਦੀ। 2 ਹਫ਼ਤੇ ਕੇਸ ਚੱਲਦਾ ਰਿਹਾ ਤੇ ਅਖੀਰ ਜੱਜ ਨੇ ਜਿਊਰੀ ਨੂੰ ਵਿਚਾਰ ਕਰਨ ਲਈ ਭੇਜ ਦਿੱਤਾ। ਇਸ ਸਮੇਂ ਵਿੱਚ ਉਹ ਕਿਸੇ ਬਾਹਰਲੇ ਇਨਸਾਨ ਨਾਲ ਗੱਲ ਨਹੀਂ ਸਨ ਕਰ ਸਕਦੇ, ਆਪਸ ਵਿੱਚ ਹੀ ਵਿਚਾਰ ਕਰ ਸਕਦੇ ਸਨ। ਮੁੱਖ ਮੰਤਵ ਇਹ ਹੁੰਦਾ ਕਿ ਕਿਸੇ ਮੈਂਬਰ ਤੇ ਕਿਸੇ ਹੋਰ ਦੇ ਵਿਚਾਰਾਂ ਦਾ ਪ੍ਰਭਾਵ ਨਾ ਪਵੇ, ਜਿਸ ਕਾਰਨ ਫੈਸਲਾ ਪ੍ਰਭਾਵਿਤ ਹੋ ਸਕਦਾ। 7 ਘੰਟੇ ਦੇ ਵਿਚਾਰ ਵਟਾਂਦਰੇ ਬਾਅਦ ਸਰਬਸੰਮਤੀ ਨਾਲ ਸ਼ੇਰੇ ਨੂੰ ਅਪਰਾਧੀ ਮੰਨਿਆ ਤੇ ਜੱਜ ਨੇ 2 ਹਫ਼ਤੇ ਬਾਅਦ ਉਸਨੂੰ ਸਜ਼ਾ ਸੁਣਾ ਦਿੱਤੀ। ਸ਼ੇਰੇ ਦਾ ਰੋਣ ਨੂੰ ਦਿਲ ਕਰਦਾ ਸੀ, ਪਰ ਉਸਨੇ ਆਪਣੇ ਆਪ ਤੇ ਜ਼ਬਤ ਰੱਖਿਆ। ਉਸਨੇ ਉਦਾਸ ਨਜ਼ਰਾਂ ਨਾਲ ਮਾਸਟਰ ਤੇ ਨਾਜਰ ਵੱਲ ਵੇਖਿਆ। ਨਾਜਰ ਸਿਆਂ, ਮੈਨੂੰ ਸ਼ੇਰੇ ਦੇ ਕੀਤੇ ਤੇ ਕਦੇ-ਕਦੇ ਰੰਜ ਆਉਂਦਾ। ਜੇ ਉਹਨੇ ਸੱਚੀ ਐਂ ਕੀਤਾ ਤੇ ਮੇਰਾ ਦਿਲ ਮੰਨਦਾ ਬਈ ਇਹ ਉਸਦੀ ਕੀਤੀ ਹੈ। ਮਾਸਟਰ ਨੇ ਵਾਪਸੀ ਤੇ ਗੱਲ ਸ਼ੁਰੂ ਕਰ ਲਈ। ਇਸ ਵਿਸ਼ੇ ਤੇ ਉਹਨਾਂ ਨੇ ਕਈ ਵਾਰ ਗੱਲਾਂ ਕੀਤੀਆਂ ਸਨ। ਇਹ ਵੀ ਦੁਹਰਾਉਣ ਵਾਲੀ ਗੱਲ ਸੀ। ਸਾਲਾ ਸਾਰਾ ਕੁਝ ਹੀ ਵਿਗੜ ਗਿਆ, ਘਰ ਹੀ ਖਤਮ ਹੋ ਗਿਆ ਸਮਝ। ਪਰ ਜੀਤਾ ਨੇ ਵੀ ਗਲਤੀ ਕੀਤੀ। ਬੰਦੇ ਨੂੰ ਇਹੋ ਜਿਹੇ ਸਮੇਂ ਸਬਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਅੱਖੀ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ। ਗਲਤੀ ਪਹਿਲਾਂ ਕਿਹਨੇ ਕੀਤੀ? ਪਹਿਲਾਂ ਤਾਂ ਜੀਤੀ ਦੇ ਮਾਪਿਆਂ ਨੇ ਕੀ ਵੇਖਿਆ? ਸ਼ੇਰਾ ਆਪਣਾ ਯਾਰ ਹੈ, ਪਰ ਉਹ ਕਿਵੇਂ ਵੀ ਜੀਤਾ ਦੇ ਕਾਬਲ ਨਹੀਂ ਸੀ। ਤੂੰ ਹੋਰ ਦੱਸ ਯਾਰ, ਜੀਤਾ ਦੀ ਥਾਂ ਕੋਈ ਰਿਸ਼ਤੇਦਾਰੀ 'ਚ ਉਹਨੂੰ ਕਿਸੇ ਅਨਪੜ੍ਹ 45-50 ਸਾਲਾਂ ਦੀ ਵਿਧਵਾ ਔਰਤ ਦੀ ਦੱਸ ਪਾਉਂਦੇ ਤਾਂ ਫੇਰ ਭਲਾ ਸ਼ੇਰਾ ਮੰਨਦਾ? ਮਾਸਟਰ ਨੇ ਦਲੀਲ ਦਿੱਤੀ। ਨਾਜਰ ਨੇ ਸਿਰ ਹਿਲਾਇਆ ਤੇ ਨਾਲ ਹੀ ਬੋਲਿਆ, ਨਾ ਜੀ, ਕਦੇ ਵੀ ਨਹੀਂ। ਤੇ ਫਿਰ ਜੀਤਾਂ ਬਾਰੇ ਵੀ ਉਹਨੂੰ ਸੋਚਣਾ ਚਾਹੀਦਾ ਸੀ। ਇੰਗਲੈਂਡ ਦਾ ਵਸਨੀਕ ਹੋਣਾ ਕੋਈ ਡਿਗਰੀ ਨਹੀਂ। ਸਾਰੀ ਉਮਰ ਤਾਂ ਮੋਹ ਪਿਆਰ ਨਾਲ ਨਿਕਲਦੀ ਹੈ। ਜਿੱਥੇ ਕੁਝ ਵੀ ਸਾਂਝਾ ਨਾ ਹੋਣ ਉੱਥੇ ਭਲਾ ਪਿਆਰ ਕਿਵੇਂ ਬਣੂ ਤੇ ਕਿਵੇਂ ਸਮਝ ਬਣੂ? ਇਹਨਾਂ ਦਾ ਵੀ ਇਹੋ ਹਾਲ ਸੀ। ਪਹਿਲਾਂ ਗਲਤੀ ਜੀਤਾਂ ਨੇ ਨਹੀਂ, ਸ਼ੇਰੇ ਤੇ ਬਾਕੀਆਂ ਨੇ ਕੀਤੀ। ਉਹਨਾਂ ਦੀ ਗਲਤੀ ਨੇ ਜੀਤਾਂ ਤੋਂ ਵੀ ਗਲਤੀ ਕਰਾਤੀ। ਤੇ ਜਾਂ ਇਹ ਸੰਭਵ ਹੈ ਬਈ ਜੀਤਾਂ ਨੇ ਅਚੇਤ ਹੀ ਬਦਲਾ ਲਿਆ ਹੋਵੇ ਤੇ ਉਸ ਬੰਦੇ ਨਾਲ ਸੰਬੰਧ ਉਸਦੇ ਬਦਲੇ ਦਾ ਸਿੱਟਾ ਹੋਣ। ਪਰ ਹਰ ਹਾਲਤ ਵਿੱਚ ਉਸਨੂੰ ਮੌਤ ਨਹੀਂ ਸੀ ਮਿਲਣੀ ਚਾਹੀਦੀ। ਨਾਜਰ ਮਾਸਟਰ ਨਾਲ ਸਹਿਮਤ ਵੀ ਸੀ, ਪਰ ਅੰਦਰੋਂ ਅੰਦਰੀ ਉਹ ਵੀ ਔਰਤ ਨੂੰ ਗੁਲਾਮ ਸਮਝਦਾ ਸੀ। ਜਗੀਰੂ ਸੋਚ ਉਸ ਤੇ ਵੀ ਭਾਰੂ ਸੀ। ਭਾਵੇਂ ਉਸਨੇ ਨਾ ਕਦੇ ਪ੍ਰੀਤੋਂ ਨਾਲ ਕੁੱਟਮਾਰ ਕੀਤੀ ਤੇ ਹਮੇਸ਼ਾ ਉਸਨੂੰ ਸਤਿਕਾਰ ਨਾਲ ਬੁਲਾਉਂਦਾ ਸੀ, ਪਰ ਉਹ ਜੀਤਾਂ ਦੀ ਕਰਨੀ ਨੂੰ ਹਜਮ ਨਹੀਂ ਸੀ ਕਰ ਸਕਿਆ। ਮਾਸਟਰ ਦੀ ਦਲੀਲ ਦਾ ਉਸ ਕੋਲ ਜਵਾਬ ਨਹੀਂ ਸੀ। ਏਦੋਂ ਦਾ ਚੰਗਾ ਸੀ ਜੀਤਾ ਇਹਦੇ ਨਾਲ ਵਿਆਹ ਕਰਾਉਣ ਤੋਂ ਹੀ ਨਕਾਰਾ ਹੋ ਜਾਂਦੀ। ਆਪਦੀ ਜਾਨ ਵੀ ਗਵਾ ਲਈ ਤੇ ਇਹਦੀ ਉਮਰ ਵੀ ਖਰਾਬ ਹੋ ਜੂ। ਨਾਜਰ ਦੇ ਜਵਾਬ ਵਿੱਚ ਉਲਾਂਭਾ ਸੀ। ਨਾਜਰ ਸਿਆਂ, ਔਰਤ ਵਿਚਾਰੀ ਦੇ ਵੱਸ ਕੀ ਹੈ? ਜੇ ਧੱਕੇ ਨਾਲ ਨਹੀਂ ਮੰਨਦੀ ਤੇ ਮਾਂ-ਬਾਪ ਉਹਨੂੰ ਹੱਥ ਬੰਨ੍ਹ ਕੇ ਬਲੈਕਮੇਲ ਕਰਦੇ ਆ, ਉਹ ਤਾਂ ਵਿਚਾਰੀ ਕਿਸੇ ਨਾ ਕਿਸੇ ਟੋਏ ਟੱਬੇ ਜੀ ਧੱਕ ਦਿੱਤੀ ਜਾਂਦੀ ਹੈ। ਜੇ ਸ਼ੇਰੇ ਵਿੱਚ ਅਕਲ ਹੁੰਦੀ ਤਾਂ ਉਹਦੇ ਦਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ, ਜਿਹੜੀ ਉਹਨੇ ਨਹੀਂ ਕੀਤੀ। ਮਾਸਟਰ ਦੀਆਂ ਗੱਲਾਂ ਦਾ ਨਾਜਰ ਕੋਲੇ ਕੋਈ ਜਵਾਬ ਨਹੀਂ ਸੀ। ਗੱਲਾਂ ਕਰਦੇ ਉਹ ਦੁਕਾਨ ਤੇ ਪਹੁੰਚ ਗਏ। ਪ੍ਰੀਤੋ ਨੇ ਬਿਨਾਂ ਪੁੱਛਿਆ ਉਹਨਾਂ ਨੂੰ ਚਾਹ ਬਣਾ ਦਿੱਤੀ, ਪਰ ਉਸਨੇ ਸ਼ੇਰੇ ਬਾਰੇ ਕੁਝ ਨਾ ਪੁੱਛਿਆ।